ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ ਜੀ। ਜੀ ਆਇਆਂ ਮਨਪ੍ਰੀਤ ਜੀ। ਧੰਨਵਾਦ ਰੰਧਾਵਾ ਜੀ। ਜਿਸ ਮਾਮਲੇ 'ਚ ਪੰਜਾਬ ਦੇ ਪੀਸੀਐਸ ਅਫਸਰਾਂ ਨੇ ਸਰਕਾਰ ਦੇ ਨੱਕ 'ਚ ਦਮ ਕਰਤਾ ਸੀ, ਉਹ ਮਾਮਲਾ ਏਡਾ ਵੀ ਛੋਟਾ ਨਹੀਂ। ਨਰਿੰਦਰ ਸਿੰਘ ਧਾਲੀਵਾਲ ਪੀਸੀਐਸ ਆਰਟੀਏ ਲੁਧਿਆਣਾ, ਉਹਨਾਂ ਦੀ ਜ਼ਮਾਨਤ ਅਰਜ਼ੀ ਇਕੱਲੀ ਰੱਦ ਨਹੀਂ ਹੋਈ, ਉਹਦੇ ਨਾਲ ਨਾਲ ਇਸ ਜਾਂਚ ਵਿੱਚ ਹੋਰ ਕਾਫੀ ਕੁਝ ਨਿਕਲਣ ਦੀ ਕਨਸੋ ਹੈ। ਜ਼ਿਕਰ ਕਰਦੇ ਹਾਂ। ਦੂਜਾ ਮਾਮਲਾ ਲਵਾਂਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੋਂ। ਡੀਜੀਪੀ ਪੰਜਾਬ ਤੇ ਡੀਜੀਪੀ ਹਰਿਆਣਾ ਨੂੰ ਬੜੀਆਂ ਸਾਫ਼ ਹਦਾਇਤਾਂ ਜਾਰੀ ਹੋਈਆਂ। ਵੈਸੇ ਤਾਂ ਸੰਮਨ ਕੀਤਾ ਗਿਆ, ਤੇ ਮਾਮਲਾ ਕੀ ਹੈ? ਪੋਲੀਟੀਸ਼ੀਅਨਸ ਦਾ, ਜਿਨ੍ਹਾਂ ਤੋਂ ਪੁਲਿਸ ਔਰ ਪ੍ਰਸ਼ਾਸਨ ਡਾਇਰੈਕਸ਼ਨ ਲੈਂਦਾ ਹੈ। ਸਿਆਸੀ ਬੰਦਿਆਂ ਦੇ ਖਿਲਾਫ ਚੱਲਦੇ ਕੇਸਿਸ ਦੇ ਵਿੱਚ ਮਾਮਲੇ ਅੱਗੇ ਨਾ ਵਧਣ ਦਾ। ਇਹ ਬਹੁਤ ਦਿਲਚਸਪ ਮਾਮਲਾ ਹੈ ਔਰ ਬਹੁਤ ਅਹਿਮ ਮਾਮਲਾ। ਇਹਦੀ ਸਾਂਝ ਤੁਹਾਡੇ ਨਾਲ ਪਾਉਣੀ ਬਣਦੀ ਆ। ਇਹਨੂੰ ਤਰਤੀਬ 'ਚ ਕਰਦੇ ਆ ਤੇ ਇਹਦੇ ਨਾਲ ਹੀ ਆਪਾਂ ਚੱਲਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ। ਉੱਥੇ ਕੁਝ ਐਲੀਗੇਸ਼ਨਸ ਨੇ, ਦੋਸ਼ ਪ੍ਰਤੀ ਦੋਸ਼ ਨੇ, ਉਹਨਾਂ ਦੀ ਜਾਂਚ ਅੱਗੇ ਵਧੀ ਆ। ਵੀਸੀ ਦੇ ਖਿਲਾਫ ਕੰਡਕਟ ਨੂੰ ਲੈ ਕੇ, ਵਿਹਾਰ ਨੂੰ ਲੈ ਕੇ ਮਾਮਲਾ ਅੱਗੇ ਵਧਿਆ। ਅਸੀਂ ਉਹਦੇ ਉੱਤੇ ਜਾਵਾਂਗੇ। ਔਰ ਚੌਥਾ ਮਾਮਲਾ ਲਵਾਂਗੇ, ਪੰਜਾਬ ਦੇ ਵਿੱਚ ਪੋਲਿਟਿਕਸ ਗਰਮਾ ਗਈ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਖੁਸ਼ਾਮਦੀ ਲਫ਼ਜ਼ਾਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੀਤੀਆਂ। ਪਠਾਨਕੋਟ ਦੇ ਵਿੱਚ ਉਹਨੂੰ ਹੁਣ ਵਿਰੋਧੀਆਂ ਨੇ ਚੱਕ ਲਿਆ। ਬੀਜੇਪੀ ਇਹਦੇ ਵਿੱਚ ਆਪਣਾ ਰੋਲ ਪਲੇ ਕਰ ਰਹੀ ਆ। ਹੁਣ ਉਹਨਾਂ ਨੂੰ ਲੱਗਦਾ ਕਿ ਮਾਮਲਾ ਮਰ ਨਾ ਜਾਵੇ, ਵੱਡਾ ਕਰ ਲਈਏ। ਉਹਦੇ ਤੇ ਗੱਲ ਕਰਦੇ ਆ। ਔਰ ਆਖਰ ਦੇ ਵਿੱਚ ਦੋ ਅਹਿਮ ਮਾਮਲੇ ਲਵਾਂਗੇ, ਜਿਨ੍ਹਾਂ ਦੇ ਵਿੱਚ ਇੱਕ ਤਾਂ ਹੈਗਾ ਜਿਹੜੇ ਭਲਵਾਨ ਬੈਠੇ ਸੀ ਉੱਥੇ ਲਾਸਟ ਵਿੱਚ ਕੀ ਹੋਇਆ, ਜੰਤਰ ਮੰਤਰ ਤੇ ਡੇਰਾ ਮੁਖੀ ਸਿਰਸਾ ਨੂੰ ਪੈਰੋਲ ਮਿਲਦੀ ਹੈ, ਲਗਾਤਾਰ ਮਿਲਦੀ ਹੈ। ਔਰ ਆਖਰ ਇਹ ਮਾਮਲੇ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਊ ਤੇ ਕੀ ਸਮਝਿਆ ਜਾਊਗਾ। ਇਹ ਸਾਰੇ ਮਾਮਲੇ ਲੈਂਦੇ ਆ ਮਨਪ੍ਰੀਤ ਜੀ। ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਨਰਿੰਦਰ ਸਿੰਘ ਧਾਲੀਵਾਲ ਪੀਸੀਐਸ। ਉਹਨਾਂ ਦੀ ਜ਼ਮਾਨਤ ਅਰਜ਼ੀ ਤਾਂ ਖਾਰਜ ਹੋ ਗਈ, ਪਰ ਜਾਂਚ ਵਿੱਚ ਵੀ ਕਾਫੀ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ। ਇਹਦੇ ਤੇ ਕੋਈ ਚਾਨਣਾ ਪਵਾਓ ਜ਼ਰਾ। ਰੰਧਾਵਾ ਜੀ, ਨਰਿੰਦਰ ਸਿੰਘ ਧਾਲੀਵਾਲ ਰੀਜਨਲ ਟਰਾਂਸਪੋਰਟ ਅਥਾਰਟੀ ਆਰਟੀਏ ਕਹਿੰਦੇ ਆ ਇਹਨਾਂ ਨੂੰ 6 ਜਨਵਰੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ਔਰ ਗ੍ਰਿਫਤਾਰ ਇਸ ਕਰਕੇ ਕੀਤਾ ਸੀ ਕਿ ਇਹ ਕਥਿਤ ਤੌਰ ਤੇ ਕਰਪਸ਼ਨ ਕਰ ਰਹੇ ਸੀ, ਪੈਸੇ ਇਕੱਠੇ ਕਰ ਰਹੇ ਸੀ ਟਰਾਂਸਪੋਰਟਰਸ ਤੋਂ। ਉਹਨਾਂ ਤੋਂ ਪੈਸੇ ਇਹ ਮੰਥਲੀ ਬੇਸਿਸ ਤੇ ਕਰਦੇ ਸੀ, ਹਰ ਮਹੀਨੇ ਇਕੱਠੇ ਕਰਦੇ ਸੀ। ਔਰ ਇਹਨਾਂ ਦੇ ਨਾਲ ਜਿਹੜੇ ਇਹਨਾਂ ਦਾ ਕੁਝ ਸਟਾਫ ਸੀ, ਸਪੋਰਟਿੰਗ ਸਟਾਫ ਸੀ, ਉਹ ਪੈਸੇ ਇਕੱਠੇ ਕਰਦਾ ਸੀ। ਔਰ ਇਸ ਕਰਕੇ ਕਰਦਾ ਸੀ ਤਾਂ ਕਿ ਉਹਨਾਂ ਦੇ ਚਲਾਨ ਨਾ ਹੋ ਸਕਣ। ਬਹੁਤ ਸਾਰੀਆਂ ਉਹ ਵਾਇਲੇਸ਼ਨਸ ਕਰਦੇ ਸੀ। ਕਈ ਤਰ੍ਹਾਂ ਮੋਟਰ ਵਹੀਕਲ ਐਕਟ ਦੀਆਂ ਜਿਹੜੀਆਂ ਉਹ ਕੁਤਾਹੀਆਂ ਕਰਦੇ ਸੀ, ਉਸ ਅਨੁਸਾਰ ਉਹ ਨਹੀਂ ਸੀ ਚੱਲਦੇ। ਇਸ ਚੀਜ਼ ਦਾ ਬਹਾਨਾ ਬਣਾ ਕੇ, ਐਕਸਕਿਊਜ਼ ਬਣਾ ਕੇ, ਹਾਲਾਂਕਿ ਚਲਾਨ ਹੋਣੇ ਚਾਹੀਦੇ ਸੀ ਪਰ ਪੈਸੇ ਇਹ ਲੈਂਦੇ ਸੀ। ਇਹ ਰਿਸ਼ਵਤਾਂ ਦਾ ਮਾਮਲਾ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਦੀ ਨਜ਼ਰ ਦੇ ਵਿੱਚ ਆਇਆ। ਲੇਕਿਨ ਸਭ ਤੋਂ ਪਹਿਲਾਂ ਮੈਂ ਇਹ ਵੀ ਦੱਸਦਾ ਕਿ ਇੱਕ ਆਰਟੀਆਈ ਦੇ ਐਕਟਿਵਿਸਟ ਨੇ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਐਕਟਿਵਿਸਟ ਸਤਨਾਮ ਸਿੰਘ ਧਵਨ, ਇਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਦਾ ਇੱਕ ਪੋਰਟਲ ਹੈ, ਵੈਬ ਪੋਰਟਲ ਹੈ ਸ਼ਿਕਾਇਤਾਂ ਦਾ, ਉੱਥੇ ਸਭ ਤੋਂ ਪਹਿਲਾਂ ਸ਼ਿਕਾਇਤ ਕੀਤੀ ਸੀ। ਜਦੋਂ ਉਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਤੇ ਉਸ ਤੋਂ ਬਾਅਦ ਹੀ ਵਿਜੀਲੈਂਸ ਬਿਊਰੋ ਨੇ ਆਪਣਾ ਟਰੈਪ ਲੇ ਕੀਤਾ। ਫਿਰ ਲਗਾਤਾਰ ਇਸ ਤੇ ਨਜ਼ਰ ਬਣਾਈ ਰੱਖੀ। ਔਰ ਜਦੋਂ ਲਗਾਤਾਰ ਨਜ਼ਰ ਬਣਾਈ ਰੱਖੀ ਤੇ ਉਹਨਾਂ ਨੂੰ ਵੀ ਮੁੱਢਲੀ ਨਜ਼ਰ ਦੇ ਵਿੱਚ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਲੱਗਾ ਕਿ ਦਾਲ ਦੇ ਵਿੱਚ ਕੁਝ ਕਾਲਾ। ਵਾਕਿਆ ਹੀ ਇਹ ਆਰਟੀਏ, ਜਿਹਨੂੰ ਅਸੀਂ ਰੀਜਨਲ ਟਰਾਂਸਪੋਰਟ ਅਥਾਰਟੀ ਕਹਿੰਦੇ ਆ, ਨਰਿੰਦਰ ਸਿੰਘ ਧਾਲੀਵਾਲ ਪੈਸੇ ਲੈ ਰਿਹਾ। ਇਸ ਦੇ ਬਾਅਦ ਉੱਥੇ ਉਹਦੇ ਨਾਲ ਹੀ ਜਿਹੜਾ ਤੈਨਾਤ ਸੀ ਹੋਮਗਾਰਡ ਬਹਾਦਰ ਸਿੰਘ, ਹੋਮਗਾਰਡ ਦਾ ਜਵਾਨ ਸੀ, ਉਹਨੇ ਵੀ ਕਾਫੀ ਤਰ੍ਹਾਂ ਦੀ ਇਨਫੋਰਮੇਸ਼ਨ ਦਿੱਤੀ। ਵੀਡੀਓ ਕਲਿੱਪਸ ਤੱਕ ਆ ਗਈਆਂ ਔਰ ਇਸ ਮਾਮਲੇ ਦੀ ਬੜੀ ਤਹਿਕੀਕਾਤ ਹੋਈ। ਜਦੋਂ ਇਹ ਫੜੇ ਜਾਂਦੇ ਨੇ ਨਰਿੰਦਰ ਸਿੰਘ ਧਾਲੀਵਾਲ, ਰੰਧਾਵਾ ਜੀ, ਉਸ ਤੋਂ ਪਹਿਲਾਂ FIR ਦਰਜ ਕਰਨ ਤੋਂ ਪਹਿਲਾਂ ਵੀ ਇਹਦੀ ਕਾਫੀ ਮੁੱਢਲੀ ਤਫਤੀਸ਼ ਹੋ ਚੁੱਕੀ ਸੀ। ਇਸੇ ਕਰਕੇ ਜਦੋਂ ਇਹ ਕੱਲ ਮਾਮਲਾ ਸਪੈਸ਼ਲ ਜੱਜ ਨੇ ਡਾਕਟਰ ਅਜੀਤ ਅਤਰੀ, ਇਹਨਾਂ ਦੀ ਅਦਾਲਤ ਦੇ ਵਿੱਚ ਆਇਆ ਤੇ ਇਹਨਾਂ ਨੇ ਨਰਿੰਦਰ ਸਿੰਘ ਧਾਲੀਵਾਲ ਦੀ ਰੈਗੂਲਰ ਬੇਲ ਜੋ ਉਹਨਾਂ ਨੇ ਲਾਈ ਸੀ, ਉਹ ਬਿਲਕੁਲ ਉਹਨਾਂ ਨੇ ਰੱਦ ਕਰਤੀ। ਉਹ ਕਹਿੰਦੇ ਨਹੀਂ, ਤੁਸੀਂ ਹਜੇ ਡਿਜ਼ਰਵ ਨਹੀਂ ਕਰਦੇ। ਅੱਛਾ, ਨਰਿੰਦਰ ਸਿੰਘ ਧਾਲੀਵਾਲ ਕਹਿ ਕੀ ਰਹੇ ਨੇ? ਦੇਖੋ, ਸਹੀ ਬੜਾ ਇੰਟਰਸਟਿੰਗ ਹੈ ਰੰਧਾਵਾ ਜੀ। ਕਹਿੰਦੇ ਜੀ ਜਿੰਨੇ ਮੇਰੇ ਤੇ ਇਲਜ਼ਾਮ ਲੱਗੇ ਨੇ ਉਹ ਫਾਲਸ ਨੇ, ਉਹ ਝੂਠੇ ਨੇ, ਫਰਜ਼ੀ ਨੇ, ਉਹਨਾਂ ਦੇ ਵਿੱਚ ਕੋਈ ਤੱਥ ਨਹੀਂ। ਚਲੋ, ਇਹ ਹਰ ਕੋਈ ਅਕਿਊਜ਼ਡ ਕਹਿੰਦਾ। ਦੂਸਰੀ ਗੱਲ ਇਹ ਕਹਿੰਦੇ ਆ ਕਿ ਜਿਹੜੇ ਆਰਟੀਆਈ ਐਕਟਿਵਿਸਟ ਆ, ਤੁਸੀਂ ਦੇਖੋ ਸਤਨਾਮ ਸਿੰਘ ਧਵਨ, ਕਹਿੰਦੇ ਜੀ ਇਹਨਾਂ ਦਾ ਕਿਰਦਾਰ ਠੀਕ ਨਹੀਂ ਹੈ, ਇਹਨਾਂ ਦੇ ਖਿਲਾਫ ਬਹੁਤ ਸਾਰੀਆਂ ਕੰਪਲੇਂਟਸ ਨੇ, ਇਸ ਕਰਕੇ ਇਹਨਾਂ ਦੀ ਗੱਲ ਨਹੀਂ ਮੰਨਣੀ ਚਾਹੀਦੀ। ਰੰਧਾਵਾ ਜੀ, ਅਦਾਲਤ ਨੇ, ਸਪੈਸ਼ਲ ਜੱਜ ਡਾਕਟਰ ਅਜੀਤ ਅਤਰੀ ਨੇ ਬਹੁਤ ਸੋਹਣੀ ਗੱਲ ਕਹੀ।
ਔਰ ਅਕਸਰ ਸਾਡੇ ਇੱਥੇ ਹੁੰਦਾ, ਜੇ ਕੋਈ ਕੰਪਲੇਨਟ, ਖਾਸ ਤੌਰ ਤੇ ਜੇ ਤੁਸੀਂ ਦੇਖਿਆ ਹੋਣਾ, ਔਰਤ ਕੋਈ ਕੰਪਲੇਂਟ ਕਰਦੀ ਆ ਔਰ ਕਰਦੀ ਆ ਕਿਸੇ ਰੇਪ ਨੂੰ ਲੈ ਕੇ, ਮੋਲੈਸਟੇਸ਼ਨ ਨੂੰ ਲੈ ਕੇ, ਤੇ ਅਕਸਰ ਅਸੀਂ ਉਹਦੀ ਕਰੈਕਟਰ ਅਸੈਸੀਨੇਸ਼ਨ ਕਰ ਦਿੰਦੇ ਆ, ਉਹਨੂੰ ਇੰਨਾ ਕੁ ਬਦਨਾਮ ਕਰ ਦੋ ਤਾਂ ਕਿ ਉਸ ਦੀ ਜਿਹੜੀ ਸ਼ਿਕਾਇਤ ਆ ਉਸ ਉੱਤੇ ਵੀ ਹਰਫੀਆ ਜਿਹੜੇ ਸਵਾਲ ਆ ਉਹ ਖੜੇ ਹੋ ਜਾਣ, ਉਸ ਤੇ ਹਰਫ ਖੜੇ ਹੋ ਜਾਣ। ਸੋ ਇਸ ਕਰਕੇ ਇਹ ਅਕਸਰ ਸਾਰਿਆਂ ਦਾ, ਤੇ ਜਦੋਂ ਇਹ ਕਹਿਣਾ ਸ਼ੁਰੂ ਕੀਤਾ, ਦੇਖੋ ਜੀ ਇਹਨਾਂ ਤੇ ਤਾਂ ਕੰਪਲੇਂਟਸ ਬਹੁਤ ਆ, ਇਹਨਾਂ ਦੀਆਂ ਤਾਂ ਪਹਿਲਾਂ ਹੀ ਇਹਨਾਂ ਨੇ ਇਹ ਬਲੈਕਮੇਲਿੰਗ ਕਰਦੇ ਨੇ, ਤੇ ਅਦਾਲਤ ਨੇ ਕਿਹਾ ਕਿ ਇਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਜਿਹੜੇ ਉਹਨਾਂ ਦੇ ਖਿਲਾਫ ਇਲਜ਼ਾਮ ਲਾ ਰਹੇ ਹੋ ਕੰਪਲੇਂਟਸ ਦਾ, ਇਹਦੇ ਨਾਲ ਤੁਹਾਡੀ ਬੇਲ ਨਹੀਂ ਹੋ ਜਾਣੀ, ਇਹਦੇ ਨਾਲ ਤੁਹਾਡਾ ਕੇਸ ਕੋਈ ਸਟਰੋਂਗ ਨਹੀਂ ਹੋ ਜਾਣਾ। ਇਹ ਬਹੁਤ ਅਕਸਰ ਦੇਖਿਆ ਗਿਆ, ਅਸੀਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਜੇ ਕੋਈ ਕੰਪਲੇਂਟ ਕਰਦਾ, ਉਸ ਦੀ ਹੀ ਇੰਨੀ ਕਿ ਜ਼ਿਆਦਾ ਉਹਨੂੰ ਡੀਗ੍ਰੇਡ ਕਰ ਦੋ ਜਾਂ ਉਹਨੂੰ ਇੰਨਾ ਬਦਨਾਮ ਕਰ ਦੋ ਤਾਂ ਕਿ ਕੰਪਲੇਂਟ ਹੀ ਝੂਠੀ ਲੱਗਣ ਲੱਗ ਜੇ। ਸੋ ਇਹ ਸਾਰੀਆਂ ਗੱਲਾਂ ਉਹਨਾਂ ਨੇ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡਾ ਕੇਸ ਸਟਰੋਂਗ ਨਹੀਂ ਆ। ਦੂਸਰੀ ਗੱਲ ਉਹਨਾਂ ਨੇ ਇਹ ਕਹੀ, ਡਾਕਟਰ ਅਜੀਤ ਅਤਰੀ ਨੇ, ਉਹ ਕਹਿੰਦੇ ਕਿ ਸਭ ਤੋਂ ਵੱਡੀ ਗੱਲ ਆ ਕਿ ਇਸ ਦੇ ਵਿੱਚ ਬੜੀ ਤਫਤੀਸ਼ ਹੋਈ ਆ, ਔਰ ਤਫਤੀਸ਼ ਦੇ ਵਿੱਚ ਕਈ ਤੱਥ ਜਿਹੜੇ ਆ ਉਹ ਆਏ ਹੋਏ ਆ, ਔਰ ਇੱਥੋਂ ਤੱਕ ਵੀ ਕਿਹਾ ਕਿ ਸਾਨੂੰ ਕੇਵਲ ਇੰਨਾ ਕੁ ਸਕੈਮ ਨਹੀਂ ਲੱਗਦਾ, ਜੇ ਇਹਦੀ ਤਫਤੀਸ਼ ਹੋਰ ਅੱਗੇ ਜਾਏਗੀ ਤੇ ਇਹ ਇੱਕ ਬਹੁਤ ਵੱਡਾ ਸਕੈਮ ਆ। ਸੋ ਇੰਨੀਆਂ ਚੀਜ਼ਾਂ ਨੂੰ ਦੇਖਦੇ ਹੋਏ ਤੁਹਾਨੂੰ ਬੇਲ ਨਹੀਂ ਮਿਲਣੀ ਚਾਹੀਦੀ। ਦੂਸਰੀ ਗੱਲ ਉਹਨਾਂ ਨੇ ਕਹੀ ਆ ਕਿ ਜਿਸ ਤਰ੍ਹਾਂ ਤੁਸੀਂ ਪੈਸੇ ਲੈਂਦੇ ਹੋ, ਜਿਸ ਤਰ੍ਹਾਂ ਤੁਸੀਂ ਜਿਹੜਾ ਇਨਫਲੂਐਂਸ ਬਿਲਡ ਕਰਦੇ ਹੋ, ਕਿਉਂਕਿ ਪੀਸੀਐਸ ਅਫਸਰ ਨੇ, ਇਸ ਕਰਕੇ ਤੁਹਾਡਾ ਬਾਹਰ ਜਾਣਾ ਤਾਂ ਹੋਰ ਵੀ ਖਤਰੇ ਤੋਂ ਖਾਲੀ ਨਹੀਂ ਆ, ਕਿਉਂਕਿ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ, ਇਹ ਵਿਜੀਲੈਂਸ ਬਿਊਰੋ ਨੇ ਵੀ ਉੱਥੇ ਪਲੀ ਲਿੱਤੀ ਆ ਕਿ ਤੁਸੀਂ ਇਨਫਲੂਐਂਸ ਕਰ ਸਕਦੇ ਹੋ, ਧਮਕਾ ਸਕਦੇ ਹੋ, ਗਵਾਹਾਂ ਨੂੰ ਮੁਕਰਾ ਸਕਦੇ ਹੋ। ਹੁਣ ਰੰਧਾਵਾ ਜੀ ਗੱਲ ਆਉਣੇ ਆ ਇਸ ਤੇ, ਜਿਹੜੇ ਪੀਸੀਐਸ ਆਫੀਸਰਸ ਦੀ ਤੁਸੀਂ ਗੱਲ ਕੀਤੀ ਸੀ ਐਸੋਸੀਏਸ਼ਨ ਦੀ, ਇਸ ਕੇਸ ਨੂੰ ਲੈ ਕੇ ਉਹ ਬਹੁਤ ਔਖੇ ਭਾਰੇ ਹੋਏ ਸੀ, ਬਹੁਤ ਨਾਰਾਜ਼ ਹੋਏ ਸੀ ਸਰਕਾਰ ਨਾਲ, ਇੱਥੋਂ ਤੱਕ ਕਿ ਉਹਨਾਂ ਨੇ ਆਪਣੀ ਪੈਨ ਡਾਊਨ ਸਟ੍ਰਾਈਕ ਕਰਤੀ ਸੀ। ਇਹ ਤਾਂ ਜਦੋਂ ਭਗਵੰਤ ਮਾਨ ਮੁੱਖ ਮੰਤਰੀ, ਉਹਨਾਂ ਨੇ ਜਦੋਂ ਕਿਹਾ, ਸਖਤ ਸਟੈਂਡ ਲਿੱਤਾ ਕਿ ਤੁਸੀਂ ਆ ਜਾਓ, ਦੁਪਹਿਰ ਦੇ 2 ਵਜੇ ਤੱਕ ਆ ਜਾਓ, ਆਪਣੀ ਨੌਕਰੀਆਂ ਤੇ ਮੁੜ ਆਓ, ਨਹੀਂ ਤਾਂ ਤੁਹਾਡੀ ਇਹ ਜਿਹੜੀ ਹੈ ਸਰਵਿਸ ਬ੍ਰੇਕ ਮੰਨੀ ਜਾਏਗੀ, ਸਸਪੈਂਡ ਕਰ ਦਿੱਤਾ ਜਾਏਗਾ। ਉਸ ਤੋਂ ਬਾਅਦ ਜਾ ਕੇ ਇਹ ਮੁੜੇ ਨੇ। ਲੇਕਿਨ ਇਹੋ ਜਿਹੇ ਕੇਸਿਸ ਦੇ ਵਿੱਚ ਘੱਟੋ ਘੱਟ ਤਫਤੀਸ਼ ਤਾਂ ਹੋਣ ਲੈਣ ਦਿਓ, ਘੱਟੋ ਘੱਟ ਤੁਸੀਂ ਜੱਜ ਦੀ ਸੁਣੋ, ਕਾਨੂੰਨ ਨੂੰ ਸਮਝੋ, ਕਾਨੂੰਨ ਦੀ ਪ੍ਰਕਿਰਿਆ ਨੂੰ ਸਮਝੋ। ਤੁਸੀਂ ਵੀ ਤਾਂ ਕਾਨੂੰਨ ਦੇ ਹਿਸਾਬ ਨਾਲ ਹੀ ਕੰਮ ਕਰਦੇ ਹੋ ਨਾ, ਕੀ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਕੰਮ ਕਰਦੇ ਹੋ? ਤੇ ਫਿਰ ਜੇ ਤੁਹਾਡੇ ਸਾਥੀ ਨਾਲ ਕੁਝ ਹੁੰਦਾ, ਤੇ ਜੇ ਕਿਸੇ ਤਰ੍ਹਾਂ ਉਹ ਪਾਇਆ ਜਾਂਦਾ ਕਿ ਉਹ ਰਿਸ਼ਵਤ ਲੈਂਦਾ, ਜੇ ਕੱਲ ਨੂੰ ਕਨਵਿਕਸ਼ਨ ਹੋ ਗਈ, ਇਹ ਸਾਰੇ ਪੀਸੀਐਸ ਅਫਸਰ ਜਿੰਨੇ ਨੇ ਜਿਹੜੇ ਮੂਹਰੇ ਲੱਗੇ ਹੋਣ, ਕੀ ਇਹ ਲਿਖਤੀ ਮਾਫੀ ਮੰਗਣਗੇ ਕਿ ਸਾਨੂੰ ਮਾਫ ਕਰ ਦਿਓ, ਸਾਡੀ ਐਜੀਟੇਸ਼ਨ ਗਲਤ ਸੀ? ਜੀ ਰੰਧਾਵਾ ਜੀ। ਜਦੋਂ ਇਹ ਸਾਰਾ ਮਾਮਲਾ ਅੱਗੇ ਵੱਧ ਰਿਹਾ ਸੀਗਾ ਤੇ ਉਦੋਂ ਪੀਸੀਐਸ ਅਫੀਸਰਸ ਦੇ ਵਿੱਚ ਇੱਕ ਵਿਰੋਧਾਭਾਸ ਵੀ ਆ ਰਿਹਾ ਸੀ। ਬਹੁਤ ਸਾਰੇ ਪੀਸੀਐਸ ਅਫੀਸਰ ਕਹਿੰਦੇ ਸੀ ਕਿ ਇੰਡੀਵਿਜੂਅਲ ਮਾਮਲੇ ਨੂੰ ਸਾਰਿਆਂ ਨਾਲ ਨਹੀਂ ਜੋੜਨਾ ਚਾਹੀਦਾ। ਬਹੁਤ ਸਾਰੇ ਪੀਸੀਐਸ ਅਫਸਰ ਜਿਨ੍ਹਾਂ ਨੇ ਮੈਨੂੰ ਨੌਕ ਕੀਤਾ, ਉਸ ਦੌਰਾਨ ਦੇ ਵਿੱਚ ਬੇਸ਼ੱਕ ਉਹ ਐਸੋਸੀਏਸ਼ਨ ਦੇ ਨਾਲ ਤਾਂ ਖੜੇ ਸੀ, ਉਹਦੇ ਖਿਲਾਫ ਜਾ ਨਹੀਂ ਸੀ ਸਕਦੇ, ਪਰ ਵਿਅਕਤੀਗਤ ਤੌਰ ਤੇ ਉਹ ਗੱਲਬਾਤ 'ਚ ਕਹਿ ਰਹੇ ਸੀਗੇ ਕਿ ਹਾਂ, ਜੇ ਕਿਸੇ ਮਾਮਲੇ 'ਚ ਇਨਵੈਸਟੀਗੇਸ਼ਨ ਦੀ ਲੋੜ ਆ ਤੇ ਕਰਨ 'ਚ ਕੀ ਹਰਜ ਹੈ। ਅਖੀਰ ਦੇ ਵਿੱਚ ਉਸੇ ਹੀ ਟਰੈਕ ਤੇ ਵਾਪਸ ਮੁੜਨਾ ਪਿਆ ਜਦੋਂ ਸਰਕਾਰ ਸਖਤ ਹੋਈ। ਹਾਲਾਂਕਿ ਸਟ੍ਰਾਈਕ ਉਹਨਾਂ ਕਦੇ ਨਹੀਂ ਕਹੀ, ਕਹਿੰਦੇ ਜੀ ਮਾਸ ਲੀਵ, ਤੇ ਮਾਸ ਲੀਵ ਕੀ ਹੁੰਦਾ, ਤੁਸੀਂ ਸਾਰੇ ਛੁੱਟੀ ਤੇ ਚਲੇ ਜਾਓ, ਇਹਦਾ ਮਤਲਬ ਤਾਂ ਸਟ੍ਰਾਈਕ ਹੀ ਹੈ, ਇਹਨੂੰ ਐਵੇਂ ਹੀ ਸਮਝਿਆ ਜਾਂਦਾ। ਵੈਸੇ ਮਨਪ੍ਰੀਤ ਜੀ, ਦੂਜਾ ਮਾਮਲਾ ਵੀ ਕਾਫੀ, ਉਂਝ ਕਈ ਮਾਮਲੇ ਇਸ ਤਰ੍ਹਾਂ ਦੇ ਵੀ ਆ ਜਿਹੜੇ ਆਈਐਸ ਅਫਸਰ ਨੇ, ਉਹਨਾਂ ਦੇ ਵਿੱਚੋਂ ਵੀ ਕਈਆਂ ਨੂੰ ਸੇਕ ਲੱਗ ਰਿਹਾ। ਅਜੋਏ ਸ਼ਰਮਾ ਬਹੁਤ ਅਹਿਮ ਅੰਗ ਹੈ ਗਵਰਨਮੈਂਟ ਦਾ, ਉਹਨਾਂ ਨੂੰ ਬਹੁਤ ਅਹਿਮ ਮਹਿਕਮੇ ਦਿੱਤੇ ਸੀ ਹੈਲਥ ਦੇ ਨਾਲ, ਬਾਅਦ ਦੇ ਵਿੱਚ ਉਹਨਾਂ ਨੂੰ ਐਕਸਾਈਜ਼ ਦਿੱਤਾ। ਹੁਣ ਉਹਨਾਂ ਕੋਲ ਦੋਨੇ ਹੀ ਅਹਿਮ ਮਹਿਕਮੇ ਚਾਰਜ ਜਿਹੜੇ ਸੀ ਵਾਪਸ ਲੈ ਲਏ ਗਏ ਆ। ਇਹਦੇ ਉੱਤੇ ਵੱਖਰੀ ਗੱਲ ਕਰਾਂਗੇ, ਦਿਨ ਵੇਲੇ ਕਰਾਂਗੇ, ਹੋਰ ਤਰ੍ਹਾਂ ਇਨਵੈਸਟੀਗੇਸ਼ਨ ਕਰ ਲਈਏ। ਹਾਂ, ਤੁਸੀਂ ਕਰੋ ਗੱਲ ਆਪਣੀ। ਰੰਧਾਵਾ ਜੀ, ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਜੋਏ ਸ਼ਰਮਾ, ਇਹਨਾਂ ਕੋਲ ਹੈਲਥ ਦਾ ਵੀ ਚਾਰਜ ਸੀ, ਇਹਨਾਂ ਕੋਲ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮੇ ਦਾ ਵੀ ਚਾਰਜ ਸੀ, ਔਰ ਨਾਲ ਦੀ ਨਾਲ ਜਦੋਂ ਆਈਐਸ ਆਫੀਸਰਸ ਨੇ ਮੀਟਿੰਗਾਂ ਕਰਨੀਆਂ ਸੀ, ਸਰਕਾਰ ਦੇ ਵਿਰੁੱਧ ਇੱਕ ਤਰ੍ਹਾਂ ਦੇ ਖਫਾ ਹੋ ਗਏ ਸੀ, ਉਦੋਂ ਵੀ ਇਹ ਸਭ ਤੋਂ ਮੂਹਰੇ ਸੀ। ਨਾਲ ਇਹਦੇ ਨਾਲ ਦਲੀਪ ਕੁਮਾਰ ਸੀ। ਤੇ ਜਦੋਂ ਆਈਐਸ ਆਫੀਸਰਸ ਨੇ ਮੀਟਿੰਗ ਕਰਨੀਆਂ ਸੀ, ਜਦੋਂ ਰੈਜ਼ਿਗਨੇਸ਼ਨ ਦੀਆਂ ਗੱਲਾਂ ਆਈਆਂ ਸੀ, ਉਦੋਂ ਵੀ ਇਹਨਾਂ ਦਾ ਨਾਂ ਆਇਆ ਸੀ। ਤੁਸੀਂ ਯਾਦ ਕਰੋ ਉਹ ਰਿਪੋਰਟ ਜਿਹੜੀ ਅਖਬਾਰਾਂ ਦੇ ਵਿੱਚ ਛਾਇਆ ਹੋਈ ਸੀ ਕਿ ਨਹੀਂ ਜੀ, ਅਸੀਂ ਤਾਂ ਆਪਣੇ ਅਸਤੀਫੇ ਦੇ ਦੇਣੇ ਆ। ਇਹ ਸਾਰੀਆਂ ਚੀਜ਼ਾਂ ਵੀ ਤਾਂ ਨਜ਼ਰ ਆਉਂਦੀਆਂ ਨਾ ਸਰਕਾਰ ਨੂੰ, ਕਿ ਤੁਸੀਂ ਇੱਥੇ ਯੂਨੀਅਨਿਜ਼ਮ ਕਰਨ ਆਏ ਹੋ ਕਿ ਤੁਸੀਂ ਨੌਕਰੀਆਂ ਕਰਨ ਆਏ ਹੋ, ਕੰਮ ਕਰਨ ਆਏ ਹੋ। ਤੇ ਘੱਟੋ ਘੱਟ ਕੰਮ ਕਰੋ। ਤੇ ਜੇ ਤੁਸੀਂ ਕੰਮ ਹੀ ਨਹੀਂ ਕਰਨਾ, ਹੁਣ ਇਸ ਕਰਕੇ ਇਹਨਾਂ ਨੂੰ ਚਾਰजेस ਤੋਂ ਵਿਹਲੇ ਕਰਤਾ, ਤੇ ਜਿੰਨੀ ਮਰਜ਼ੀ ਯੂਨੀਅਨਿਜ਼ਮ ਕਰ ਲੈਣ ਇਹ। ਜੀ ਰੰਧਾਵਾ ਜੀ। ਸ਼ੁਰੂਆਤ ਦੇ ਵਿੱਚ ਬੜੇ ਸਖਤ ਅਫਸਰ ਮੰਨੇ ਜਾਂਦੇ ਸੀ, ਜਦੋਂ ਇਹਨਾਂ ਨੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਦੇ ਮਹਿਕਮੇ ਦੇ ਵਿੱਚ ਕਾਫੀ ਚੀਜ਼ਾਂ ਕੱਢ ਕੇ ਲਿਆਂਦੀਆਂ ਸੀ। ਬੜੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ, ਅਸੀਂ ਵੀ ਲਈਆਂ ਸੀਗੀਆਂ
ਕਿ ਅਜੋਏ ਸ਼ਰਮਾ ਕਾਫੀ ਮਾਮਲਿਆਂ ਦੇ ਵਿੱਚ ਸਖਤ ਜਾਨ ਮੰਨੇ ਜਾਂਦੇ ਆ। ਮੈਨੂੰ ਲੱਗਦਾ ਇਹ ਸਖਤ ਜਾਨ ਅਫਸਰ ਬਾਅਦ ਦੇ ਵਿੱਚ ਸਰਕਾਰ ਦੇ ਸਾਹਮਣੇ ਵੀ ਸਖਤ ਜਾਨ ਹੀ ਹੋਇਆ। ਹੁਣ ਪਾਸੇ ਕੀਤੇ ਗਏ ਆ, ਪਤਾ ਨਹੀਂ ਕੋਈ ਵੱਡੀ ਜ਼ਿੰਮੇਵਾਰੀ ਨਾ ਦੇਣੀ ਹੋਵੇ, ਸਿਆਸੀ ਜਮਾ ਜੋੜ ਦਾ ਪਤਾ ਥੋੜੀ ਲੱਗਦਾ, ਬੰਦੇ ਨੂੰ ਵਿਹਲਾ ਕਰਕੇ ਤਗੜਾ ਵੀ ਕਰ ਲੈਂਦੇ ਕਿਸੇ ਵੇਲੇ, ਪਰ ਅੰਦਰ ਦੀ ਪੋਲਿਟਿਕਸ ਦੇ ਉੱਤੇ ਨਜ਼ਰ ਰੱਖਾਂਗੇ, ਇਹਦੀ ਘੋਖ ਕਰਦੇ ਆ। ਇਹ ਬਹੁਤ ਦੇਰ ਸ਼ਾਮ ਦੇ ਆਰਡਰ ਸੀ ਜਿਹੜੇ ਸਾਡੇ ਕੋਲ ਆਏ। ਚਲੋ ਹੁਣ ਆਪਾਂ ਅੱਗੇ ਵਧਦੇ ਆ। ਪੰਜਾਬ ਦੇ ਡੀਜੀਪੀ ਔਰ ਹਰਿਆਣਾ ਦੇ ਡੀਜੀਪੀ ਨੂੰ ਇੱਕ ਖਬਰ ਜਿਹੜੀ ਕੱਲ ਪਹਿਲਾਂ ਪ੍ਰਕਾਸ਼ਿਤ ਹੋਈ ਸੀ ਬਹੁਤ ਛੋਟੇ ਰੂਪ 'ਚ, 2 ਦਿਨ ਪਹਿਲਾਂ ਇਹ ਸੁਣਵਾਈ ਹੋ ਰਹੀ ਸੀਗੀ ਮਾਣਯੋਗ ਹਾਈ ਕੋਰਟ ਦੇ ਵਿੱਚ। ਮਾਮਲੇ ਨੇ ਪੋਲੀਟੀਸ਼ੀਅਨਸ ਦੇ ਖਿਲਾਫ, ਚੁਣੇ ਹੋਏ ਨੁਮਾਇੰਦਿਆਂ ਦੇ ਖਿਲਾਫ ਜਿਹੜੇ ਵੀ ਕੇਸ ਨੇ ਉਹਨਾਂ ਦੇ ਵਿੱਚ ਡਿਲੇ ਬਹੁਤ ਹੁੰਦੀ। ਸੁਪਰੀਮ ਕੋਰਟ ਨੇ ਇੱਕ ਆਦੇਸ਼ ਦਿੱਤਾ ਸੀ ਥੱਲੇ ਦੀਆਂ ਅਦਾਲਤਾਂ ਨੂੰ, ਹਾਈ ਕੋਰਟ ਨੂੰ ਮੋਨੀਟਰ ਕਰਨ ਲਈ ਕਿਹਾ ਸੀਗਾ, ਲੇਕਿਨ ਥੱਲੇ ਕੰਮ ਹੋ ਨਹੀਂ ਰਿਹਾ। ਹਾਈ ਕੋਰਟ ਨੂੰ ਇੰਜ ਲੱਗ ਰਿਹਾ ਇਸ ਆਰਡਰ ਨੂੰ ਜਦੋਂ ਮੁੱਢਲੀ ਨਜ਼ਰ 'ਚ ਤੁਸੀਂ ਦੇਖਦੇ ਹੋ ਕਿ ਜਿੰਨੇ ਵੀ ਸਿਆਸੀ ਬੰਦੇ ਆ ਜਾਂ ਜਿਹੜੇ ਵੀ ਬੰਦੇ ਪ੍ਰਭਾਵਸ਼ਾਲੀ ਨੇ ਉਹਨਾਂ ਦੇ ਖਿਲਾਫ ਕੇਸ ਜੂੰ ਦੀ ਤੋਰੇ ਚੱਲਦੇ ਆ, ਬਿਲਕੁਲ ਰੇਂਗ ਕੇ ਚੱਲਦੇ ਆ। ਤੇ ਜਦੋਂ ਹਾਈ ਕੋਰਟ ਇੰਨੀ ਸਖਤ ਹੋ ਜੇ ਕਿ ਡੀਜੀਪੀ ਤਲਬ ਕਰਨ ਤੱਕ ਦਾ ਕਰਨ ਦੀ ਨੌਬਤ ਆ ਜੇ, ਤੇ ਉਦੋਂ ਮਨਪ੍ਰੀਤ ਜੀ ਅਸੀਂ ਇਸ ਜੱਜਮੈਂਟ ਨੂੰ ਜਾਂ ਇਹਨਾਂ ਟਿੱਪਣੀਆਂ ਨੂੰ ਕਿਵੇਂ ਲਈਏ? ਇਹ ਜਿਹੜੀ ਲੇਟੈਸਟ ਸੁਣਵਾਈ ਹੋਈ ਹੈ ਜਿਹਦੇ ਵਿੱਚ ਦੋਨੇ ਡੀਜੀਪੀ ਸੰਮਨ ਕੀਤੇ ਗਏ ਇੱਕ ਤਰ੍ਹਾਂ ਨਾਲ, ਇਹਨੂੰ ਕਿਵੇਂ ਆਪਾਂ ਸਮਝੀਏ? ਪੰਜਾਬ ਤੇ ਹਰਿਆਣਾ ਹਾਈ ਕੋਰਟ ਲਗਾਤਾਰ ਰੰਧਾਵਾ ਜੀ ਸੁਣਵਾਈ ਕਰ ਰਿਹਾ, ਔਰ ਪੰਜਾਬ ਨੂੰ ਵੀ ਤੇ ਹਰਿਆਣੇ ਨੂੰ ਵੀ, ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਨੂੰ ਕਹਿ ਰਿਹਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਹੜੇ ਐਮਐਲਏਜ਼ ਨੇ, ਮੈਂਬਰ ਲੈਜਿਸਲੇਟਿਵ ਅਸੈਂਬਲੀ, ਵਿਧਾਇਕਾਂ ਦੇ ਖਿਲਾਫ ਜਾਂ ਜਿਹੜੇ ਐਮਪੀਜ਼ ਦੇ ਖਿਲਾਫ ਤੁਸੀਂ ਜਿਹੜੇ ਕੇਸ ਦਰਜ ਕੀਤੇ ਆ, ਤੁਹਾਡੀ ਤਫਤੀਸ਼ ਕਿੱਥੋਂ ਤੱਕ ਵਧੀ? ਹਰ ਵਾਰੀ ਜਾਂਦੇ ਨੇ, ਹਰ ਵਾਰੀ ਜਾ ਕੇ ਉੱਥੇ ਕਹਿ ਦਿੰਦੇ ਨੇ ਕਿ ਦੇਖੋ ਜੀ ਅਸੀਂ ਕਰਾਂਗੇ, ਪਰ ਇਸ ਵਾਰੀ ਹਾਈ ਕੋਰਟ ਆ ਜਿਹੜਾ, ਔਰ ਹਾਈ ਕੋਰਟ ਦਾ ਜਿਹੜਾ ਡਿਵੀਜ਼ਨ ਬੈਂਚ ਆ, ਉਹ ਰੰਧਾਵਾ ਜੀ ਬੜਾ ਸਖਤ ਰੋਹ ਦਿਖਾਇਆ, ਉਹਨਾਂ ਨੇ ਬੜਾ ਸਖਤ ਰੁਖ ਦਿਖਾਇਆ, ਨਾਰਾਜ਼ਗੀ ਦਿਖਾਈ, ਇੱਕ ਤਰ੍ਹਾਂ ਦੀ ਹਤਾਸ਼ਾ ਦਿਖਾਈ ਕਿ ਤੁਸੀਂ ਕਰ ਕੀ ਰਹੇ ਹੋ। ਇਹਦੇ ਵਿੱਚ ਤੁਸੀਂ ਦੇਖੋ ਜਸਟਿਸ ਆਗਸਟਨ ਜਾਰਜ ਜਿਹਨੂੰ ਕਿ ਉਹ ਸੀਗੇ, ਤੇ ਜਸਟਿਸ ਵਿਕਰਮ ਅਗਰਵਾਲ, ਇਹ ਦੋਨਾਂ ਜੱਜਿਸ ਦਾ ਬੈਂਚ ਸੀ। ਜਦੋਂ ਇਹ ਪੇਸ਼ ਹੋ ਕੇ ਉਹਨਾਂ ਨੇ ਪੁੱਛਿਆ ਤੇ ਇਹਨਾਂ ਨੇ ਜਵਾਬ ਦਿੱਤਾ, ਇਹਨਾਂ ਨੇ ਬਲਕਿ ਇੱਕ ਐਫੀਡੇਵਿਟ ਫਾਈਲ ਕੀਤਾ, ਇੱਕ ਪੰਜਾਬ ਦੇ ਡੀਜੀਪੀ ਵੱਲੋਂ ਫਾਈਲ ਕੀਤਾ ਗਿਆ, ਇੱਕ ਹਰਿਆਣੇ ਦੇ ਡੀਜੀਪੀ ਵੱਲੋਂ ਫਾਈਲ ਕੀਤਾ ਗਿਆ। ਪੰਜਾਬ ਦੇ ਇਸ ਟਾਈਮ ਆਫੀਸ਼ੀਏਟਿੰਗ ਡੀਜੀਪੀ ਨੇ ਗੌਰਵ ਯਾਦਵ, ਉਹ ਆਪਾਂ ਨੂੰ ਪਤਾ ਹੀ ਹੈ, ਔਰ ਹਰਿਆਣੇ ਦੇ ਡੀਜੀਪੀ ਇਸ ਟਾਈਮ ਪੀਕੇ ਅਗਰਵਾਲ ਨੇ। ਜਦੋਂ ਇਹਨਾਂ ਨੇ ਫਾਈਲ ਕੀਤਾ ਤੇ ਹੋਰ ਵੀ ਜ਼ਿਆਦਾ ਨਿਰਾਸ਼ਾ ਹੋਈ ਹਾਈ ਕੋਰਟ ਨੂੰ। ਉਹ ਕਹਿੰਦੇ ਕਿਸੇ ਤਰ੍ਹਾਂ ਦੀ ਕੋਈ ਅੱਗੇ ਜਸਟਿਸ ਏਜੀ ਮਸੀਹ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਮੈਂ ਥੋੜਾ ਜਿਹਾ ਹੋਰ ਕਲੀਅਰ ਕਰ ਦਿਆਂ। ਆਗਸਟਨ ਜਾਰਜ ਮਸੀਹ, ਬਿਲਕੁਲ ਠੀਕ ਗੱਲ ਹੈ ਤੁਹਾਡੀ, ਏਜੀ ਮਸੀਹ ਬਿਲਕੁਲ ਠੀਕ ਹੈ। ਹਾਂ ਰੰਧਾਵਾ ਜੀ, ਜਦੋਂ ਉਹਨਾਂ ਨੇ ਸੁਣਵਾਈ ਕੀਤੀ ਤੇ ਐਫੀਡੇਵਿਟ ਦੇਖੇ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਗਰੈਸ ਨਹੀਂ ਸੀ। ਸਿਰਫ ਐਫੀਡੇਵਿਟ ਫਾਈਲ ਕਰਨ ਦੇ ਫॉर द ਸੇਕ ਆਫ ਇਟ, ਜਿਹਨੂੰ ਅਸੀਂ ਕਹਿੰਦੇ ਆ, ਉਹ ਫਾਈਲ ਕੀਤੇ ਗਏ ਸੀ। ਉਹ ਦੇਖ ਕੇ ਹਾਈ ਕੋਰਟ ਦੇ ਜੱਜਿਸ ਕਹਿੰਦੇ ਤੁਹਾਡੀ ਕੰਪੀਟੈਂਸ ਕਿੱਥੇ ਆ? ਕਹਿੰਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਤੁਹਾਡੀ ਕੰਪੀਟੈਂਸ ਹੀ ਨਹੀਂ ਝਲਕਦੀ। ਕਹਿੰਦੇ ਐਦਾਂ ਲੱਗਦਾ ਤੁਹਾਨੂੰ ਕਾਨੂੰਨ ਹੀ ਨਹੀਂ ਆਉਂਦਾ, ਤੁਹਾਨੂੰ ਕਾਨੂੰਨ ਦੀ ਸਮਝ ਵੀ ਨਹੀਂ ਆ। ਕਹਿੰਦੇ ਤੁਹਾਡੀ ਐਦਾਂ ਵੀ ਲੱਗਦਾ ਕਿ ਤੁਹਾਡੀ ਟ੍ਰੇਨਿੰਗ ਵੀ ਨਹੀਂ ਚੰਗੀ ਤਰ੍ਹਾਂ ਹੋਈ, ਘੱਟੋ ਘੱਟ ਤੁਹਾਡੀ ਟ੍ਰੇਨ ਤਾਂ ਕਰ ਲੈਂਦੇ। ਰੰਧਾਵਾ ਜੀ, ਮੈਨੂੰ ਲੱਗਦਾ ਜੋ ਹਾਈ ਕੋਰਟ ਕਹਿ ਰਿਹਾ, ਹੋ ਸਕਦਾ ਪੰਜਾਬ ਦੇ ਉਸ ਹਰ ਬਸ਼ਿੰਦੇ ਨੂੰ ਲੱਗ ਰਿਹਾ ਹੋਵੇ ਜਦੋਂ ਇੱਕ ਆਮ ਪੁਲਿਸ ਸਟੇਸ਼ਨ ਦੇ ਵਿੱਚ ਜਾਂਦਾ, ਜਿਹੜੀਆਂ ਤਫਤੀਸ਼ਾਂ ਨੀਚੇ ਹੋ ਜਾਣੀਆਂ ਚਾਹੀਦੀਆਂ, ਜਦੋਂ ਉਹਨਾਂ ਨੂੰ ਮਹੀਨੇ, ਸਾਲ, ਕਈ ਸਾਲ ਲੱਗ ਜਾਂਦੇ ਨੇ, ਹਤਾਸ਼ ਹੋ ਜਾਂਦੇ ਨੇ ਲੋਕ। ਆਪਾਂ ਕਿੰਨੇ ਵਾਰੀ ਗੱਲ ਕੀਤੀ ਹੈ ਕਿ ਉਹ ਤਫਤੀਸ਼ਾਂ ਕਿਸੇ ਸਿਰੇ ਨਹੀਂ ਲੱਗਦੀਆਂ। ਤੁਸੀਂ ਵੈਸੇ ਵੀ ਦੇਖ ਲਓ, SITs ਬਣੀਆਂ ਹੋਈਆਂ ਨੇ ਸਾਡੀਆਂ ਪੁਲਿਸ ਦੀ ਫਾਇਰਿੰਗ ਨੂੰ ਲੈ ਕੇ, ਅੱਜ ਤੱਕ 7-7 ਸਾਲ ਹੋ ਗਏ ਆ, ਕੋਈ ਰਿਪੋਰਟ ਨਹੀਂ ਆ ਰਹੀ। ਔਰ ਆਪਣੀਆਂ ਆਸੇ-ਪਾਸੇ ਇਹਨਾਂ ਨਾਲ ਗੱਲ ਕਰੋ, ਆਪਣੀ ਬੜੀ ਜਸਟੀਫਿਕੇਸ਼ਨ ਦਿੰਦੇ ਆ। ਏਦਾਂ ਲੱਗਦਾ ਕਿ ਸ਼ਾਇਦ ਇਹਨਾਂ ਤੋਂ ਕੋਈ ਸਿਆਣਾ ਅਫਸਰ ਹੋਏਗਾ ਨਹੀਂ। ਰੰਧਾਵਾ ਜੀ, ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਤੇ ਉਹ ਕਹਿੰਦੇ ਸਾਨੂੰ ਬੜੀ ਹੈਰਾਨੀ ਹੁੰਦੀ ਆ। ਇਟ ਇਜ਼, ਉਹਨਾਂ ਨੇ ਵਰਡ ਯੂਜ਼ ਕੀਤਾ, ਸਟ੍ਰੇਂਜ ਆ ਕਿ ਤੁਸੀਂ ਇਸ ਤਰ੍ਹਾਂ ਕੰਮ ਕਰਦੇ ਹੋ। ਇਹ ਕੰਮ ਕਰਨ ਦਾ ਕਹਿੰਦੇ ਤੁਹਾਡਾ ਤਰੀਕਾ, ਕਹਿੰਦੇ, ਔਰ ਹਰ ਵਾਰੀ ਤੁਸੀਂ ਕਹਿੰਦੇ ਹੋ, ਸਾਨੂੰ ਜਦੋਂ ਪਿਛਲੀ ਵਾਰੀ ਸੁਣਵਾਈ ਹੋਈ ਸੀ ਤੇ ਸਾਨੂੰ ਕੋਈ ਚਾਨਣਾ ਹੋਇਆ ਸੀ ਕਿ ਸ਼ਾਇਦ ਕੁਝ ਹੋਏਗਾ, ਪਰ ਸਾਡੀ ਹੋਪ ਮਰ ਗਈ, ਸਾਡੀ ਉਮੀਦ ਮਰ ਗਈ। ਇੱਥੋਂ ਤੱਕ ਹਾਈ ਕੋਰਟ ਨੇ ਟਿੱਪਣੀਆਂ ਕੀਤੀਆਂ ਜਿਹੜੀ ਇਹਨਾਂ ਦੀਆਂ ਗੱਲਾਂ। ਸੋ ਇਸ ਕਰਕੇ ਐਫੀਡੇਵਿਟ ਫਾਈਲ ਕਰਦੇ, ਔਰ ਐਫੀਡੇਵਿਟਸ ਤੋਂ ਵੀ ਜਿਹੜੀ ਹਾਈ ਕੋਰਟ ਆ ਉਹ ਨਿਰਾਸ਼ ਹੁੰਦੀ ਆ। ਔਰ ਉਹਦੇ ਵਿੱਚ ਵੀ ਜਿਹੜੇ ਇਹਨਾਂ ਨੇ ਫੈਸਲੇ ਲਏ ਆ ਰੰਧਾਵਾ ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ, ਉਹ ਬਿਲਕੁਲ ਅੱਗੇ ਨਹੀਂ ਵਧੇ। ਸੋ ਇਸ ਕਰਕੇ ਉਹਨਾਂ ਨੇ ਦੋਨਾਂ ਹੀ ਡੀਜੀਪੀਸ ਨੂੰ ਕਿਹਾ ਕਿ ਅਗਲੀ ਤਾਰੀਖ ਦੇ ਵਿੱਚ ਦੋਨੇ ਫਿਜ਼ੀਕਲੀ ਪ੍ਰੈਜ਼ੈਂਟ ਰਹਿਣ, ਉੱਥੇ ਹਾਜ਼ਰ ਹੋਣ, ਆ ਕੇ ਸਾਨੂੰ ਦੱਸਣ। ਮਾਮਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ। ਇਹ
ਸ਼ਾਇਦ ਭਾਰਤ ਦੇ ਵਿੱਚ ਪਹਿਲੀ ਯੂਨੀਵਰਸਿਟੀ ਸੀਗੀ ਜਦੋਂ ਬਣੀ, ਭਾਸ਼ਾ ਦੇ ਆਧਾਰ ਦੇ ਉੱਤੇ ਇਹਦਾ ਨਾਂ ਰੱਖਿਆ ਗਿਆ ਪੰਜਾਬੀ ਯੂਨੀਵਰਸਿਟੀ। ਔਰ ਮਾਣ-ਤਾਣ ਵੀ ਹੁੰਦਾ ਇਹਦੇ ਵਿੱਚ, ਕਾਫੀ ਖੋਜ ਤੇ ਬਹੁਤ ਕੰਮ ਹੋਇਆ ਭਾਸ਼ਾ ਦੀ ਔਰ ਕਲਚਰ ਦੀ ਪ੍ਰਫੁੱਲਤਾ ਨੂੰ ਲੈ ਕੇ। ਬੜੇ ਨਾਮਵਰ ਬੋਪਾ ਰਾਏ ਸਾਹਿਬ ਵਰਗੇ, ਸਵਰਨ ਸਿੰਘ ਬੋਪਾ ਰਾਏ ਵਰਗੇ ਵੱਡੇ ਕੱਦ ਵਾਲੇ ਲੋਕ ਇੱਥੇ ਰਹੇ ਆ, ਸਰਦਾਰਾ ਸਿੰਘ ਜੌਹਲ ਇੱਥੇ ਵੀਸੀ ਰਹੇ ਆ। ਹੁਣ ਡਾਕਟਰ ਅਰਵਿੰਦ, ਉਹਨਾਂ ਦੇ ਉੱਤੇ ਕੁਝ ਦੋਸ਼ ਲੱਗ ਰਹੇ ਆ। ਭਾਸ਼ਾ ਤੇ ਬਣੀ ਯੂਨੀਵਰਸਿਟੀ ਦੇ ਵਿੱਚ ਵੀਸੀ ਦੀ ਭਾਸ਼ਾ ਦੇ ਉੱਤੇ ਸਵਾਲ ਖੜੇ ਹੋ ਜਾਣ ਤੇ ਸਵਾਲ ਤਾਂ ਸਾਨੂੰ ਕਰਨਾ ਬਣਦਾ। ਇਸ ਖਬਰ ਨੂੰ ਜ਼ਰਾ ਅੱਗੇ ਵਧਾਇਓ, ਕਿਹੜੀ ਜਾਂਚ ਤੋਰੀ ਆ ਹੁਣ? ਯੂਨੀਵਰਸਿਟੀਆਂ ਜਾਂਚ ਦੇ ਘੇਰੇ 'ਚ ਆ ਜਾਣ ਤਾਂ ਫਿਰ ਮਾਮਲੇ ਤਾਂ ਉੱਠਣਗੇ ਨਾ। ਰੰਧਾਵਾ ਜੀ, ਪੰਜਾਬੀ ਯੂਨੀਵਰਸਿਟੀ ਦਾ ਰੁਤਬਾ ਜਾਂ ਜਿਹਦਾ ਸਟੇਟਸ ਸੀ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿੰਨਾ ਉੱਤੇ ਹੁੰਦਾ ਸੀ, ਕਿੰਨੀ ਕਿ ਇਹਦੀ ਰੈਪੂਟੇਸ਼ਨ ਸੀ, ਬਹੁਤ ਵਧੀਆ ਰੈਪੂਟੇਸ਼ਨ ਦੇ ਨਾਲ ਚੱਲਦੀ ਸੀ। ਪਰ ਕੋਈ ਇੱਕ ਖਲਾਅ ਪੈਦਾ ਹੋਇਆ, ਕਈ ਵਾਰੀ ਵਾਈਸ ਚਾਂਸਲਰਸ ਦੀ ਗਲਤੀ ਨਾਲ, ਕਈ ਵਾਰੀ ਫੈਕਲਟੀ ਦੀ ਗਲਤੀ ਨਾਲ। ਔਰ ਆਪਸ ਦੇ ਵਿੱਚ ਜਿਹੜੇ ਟਕਰਾਅ ਨੇ ਉਹ ਕੋਈ ਨਵੇਂ ਨਹੀਂ ਆ, ਤਾਜ਼ੇ ਨਹੀਂ ਆ, ਹਮੇਸ਼ਾ ਤੋਂ ਚੱਲਦੇ ਆ ਰਹੇ ਨੇ। ਔਰ ਉਸ ਟਕਰਾਅ ਕਾਰਨ ਯੂਨੀਵਰਸਿਟੀ ਨੂੰ ਬਹੁਤ ਜ਼ਿਆਦਾ ਖਮਿਆਜ਼ਾ ਭੁਗਤਣਾ ਪਿਆ, ਖਾਸ ਤੌਰ ਤੇ ਇਹਦੀ ਰੈਪੂਟੇਸ਼ਨ ਨੂੰ ਲੈ ਕੇ। ਹੁਣ ਤੁਸੀਂ ਦੇਖੋ, ਜਿਹੜੇ ਪ੍ਰੋਫੈਸਰ ਅਰਵਿੰਦ ਨੇ ਵਾਈਸ ਚਾਂਸਲਰ ਨੇ ਉੱਥੇ, ਔਰ ਇਹਨਾਂ ਦੇ ਖਿਲਾਫ ਉੱਥੋਂ ਦੇ ਇੱਕ ਜਿਹੜੇ ਸਕੂਲ ਆਫ ਬਿਜ਼ਨਸ ਮੈਨੇਜਮੈਂਟ ਦੇ ਜਿਹੜੇ ਪ੍ਰੋਫੈਸਰ ਪੁਸ਼ਪਿੰਦਰ ਸਿੰਘ ਗਿੱਲ, ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ। ਕੰਪਲੇਂਟ ਕਿਹਨੂੰ ਕੀਤੀ ਹੈ? ਉਹ ਪੰਜਾਬ ਦੇ ਗਵਰਨਰ ਨੂੰ ਕੀਤੀ ਹੈ, ਜਿਹੜੇ ਕਿ ਚਾਂਸਲਰ ਵੀ ਨੇ ਉਸ ਯੂਨੀਵਰਸਿਟੀ ਦੇ। ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਕੀਤੀ ਹੈ, ਪੰਜਾਬ ਦੇ ਚੀਫ ਸੈਕਟਰੀ ਨੂੰ ਵੀ ਕੀਤੀ ਹੈ। ਉਹਨਾਂ ਨੇ ਕੰਪਲੇਂਟ ਕੀ ਕੀਤੀ ਹੈ? ਉਹ ਕਹਿੰਦੇ ਜਿਹੜੇ ਪ੍ਰੋਫੈਸਰ ਅਰਵਿੰਦ ਨੇ, ਵਾਈਸ ਚਾਂਸਲਰ ਨੇ, ਇਹ ਮਿਸਬਿਹੇਵ ਕਰਦੇ ਨੇ ਟੀਚਰਸ ਨਾਲ, ਫੈਕਲਟੀ ਦੇ ਨਾਲ, ਤੇ ਸਾਨੂੰ ਠੀਕ ਭਾਸ਼ਾ ਦਾ ਇਸਤੇਮਾਲ ਨਹੀਂ ਕਰਦੇ। ਇਸ ਤਰ੍ਹਾਂ ਦੀ ਕੰਪਲੇਂਟ ਕੀਤੀ ਹੈ। ਸਰਕਾਰ ਨੂੰ ਵੀ ਲੱਗਿਆ ਕਿ ਜੇ ਫੈਕਲਟੀ ਇਸ ਤਰ੍ਹਾਂ ਸੋਚ ਰਹੀ ਹੈ, ਕੱਲ ਨੂੰ ਕਿਤੇ ਹੋਰ ਕੋਈ ਕ੍ਰਾਈਸਿਸ ਨਾ ਆ ਜਾਏ ਤੇ ਇਹਦੀ ਘੱਟੋ ਘੱਟ ਜਾਂਚ ਜ਼ਰੂਰ ਕਰਾ ਲੈਣੀ ਚਾਹੀਦੀ ਹੈ। ਉਹਨਾਂ ਨੇ ਇੱਕ ਸੀਨੀਅਰ ਅਫਸਰ, ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਹਾਇਰ ਐਜੂਕੇਸ਼ਨ ਦੇ, ਜਸਪ੍ਰੀਤ ਸਿੰਘ ਤਲਵਾਰ, ਉਹਨਾਂ ਦੀ ਡਿਊਟੀ ਰੰਧਾਵਾ ਜੀ ਲਾ ਦਿੱਤੀ ਹੈ। ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਜਲਦੀ ਤੋਂ ਜਲਦੀ ਇਸ ਉੱਤੇ ਆਪਣੀ ਰਿਪੋਰਟ ਦਿਓ ਕਿ ਕੀ ਕਾਰਨ ਹੈ। ਜੀ, ਜਸਪ੍ਰੀਤ ਤਲਵਾਰ ਇੱਕ ਮਹਿਲਾ ਆਈਐਸ ਅਫੀਸਰ ਨੇ ਸ਼ਾਇਦ। ਜੀ, ਉਹਨਾਂ ਦੀ ਡਿਊਟੀ ਰੰਧਾਵਾ ਜੀ ਲਾ ਦਿੱਤੀ ਗਈ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਆਪਣੀ ਰਿਪੋਰਟ ਜਿਹੜੀ ਹੈ ਇਸ ਉੱਤੇ ਦਿਓ। ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਤੁਸੀਂ ਕੋਈ ਯੂਨੀਵਰਸਿਟੀ ਚੱਕ ਲਓ ਰੰਧਾਵਾ ਜੀ, ਚਾਹੇ ਪੰਜਾਬ ਦੀ, ਉਹਦੇ ਵਿੱਚ ਅਕਸਰ ਫੈਕਲਟੀ ਦੀ ਇੱਕ ਆਪਣੀ ਜਿਹੜੀ ਪੋਲਿਟਿਕਸ ਹੁੰਦੀ ਹੈ, ਔਰ ਇੱਕ ਨਾ ਇੱਕ ਗਰੁੱਪ ਕਿਸੇ ਦੂਸਰੇ ਗਰੁੱਪ ਤੇ ਹਾਵੀ ਹੁੰਦਾ। ਔਰ ਕੋਈ ਨਹੀਂ ਇੱਧਰ ਦੇਖਦਾ ਕਿ ਅਸੀਂ ਐਕੈਡਮਿਕਸ ਦੇ ਵਿੱਚ ਕੀ ਕਰਨਾ, ਅਸੀਂ ਰਿਸਰਚ ਕਿੰਨੀ ਕਰਵਾਉਣੀ ਆ, ਜਾਂ ਜਿਹੜੇ ਵਾਈਸ ਚਾਂਸਲਰਸ ਦਾ ਵੀ ਫੋਕਸ ਉਸ ਤੇ ਨਹੀਂ ਰਹਿੰਦਾ। ਜਿਹੜਾ ਯੂਨੀਵਰਸਿਟੀਜ਼ ਦੀਆਂ ਡਿਫਰੈਂਟ ਚੇਅਰਸ ਬਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਕੀ ਰਿਸਰਚ ਪੇਪਰ ਆਣੇ ਨੇ, ਕੀ ਨਵੀਆਂ ਖੋਜਾਂ ਆ ਰਹੀਆਂ ਨੇ, ਕੀ ਉਹਨਾਂ ਨੂੰ ਰਿਸਰਚ ਲਈ ਉਹਨਾਂ ਬੈਨੀਫਿਟ ਮਿਲ ਰਹੇ ਨੇ, ਉਹਨਾਂ ਨੂੰ ਪੈਸੇ ਮਿਲ ਰਹੇ ਨੇ, ਉਹਨਾਂ ਨੂੰ ਉਹਨਾਂ ਤਰ੍ਹਾਂ ਦਾ ਜਿਹੜੀ ਮੋਨਿਟਰੀ ਅਸਿਸਟੈਂਸ ਆ, ਫਾਈਨੈਂਸ਼ੀਅਲ ਅਸਿਸਟੈਂਸ ਆ, ਉਹ ਮਿਲ ਰਹੀ ਹੈ। ਇਸ ਪਾਸੇ ਮੈਨੂੰ ਲੱਗਦਾ ਬਹੁਤ ਜ਼ਿਆਦਾ ਕੋਈ ਧਿਆਨ ਨਹੀਂ ਆ ਰਿਹਾ। ਔਰ ਇਸੇ ਕਰਕੇ ਬਹੁਤ ਸਾਰੀਆਂ ਸਾਡੀਆਂ ਯੂਨੀਵਰਸਿਟੀਜ਼ ਜਿਹੜੀਆਂ, ਉਹ ਇੱਕ ਤਰ੍ਹਾਂ ਦੇ ਪੋਲੀਟੀਕਲ ਐਕਟੀਵਿਟੀਜ਼ ਦਾ ਡੈਨ ਬਣ ਚੁੱਕੀਆਂ ਨੇ। ਔਰ ਆਪਸ ਦੇ ਵਿੱਚ ਜਿਹੜੀ ਖਿੱਚੋਤਾਣ ਕਰਕੇ ਰੰਧਾਵਾ ਜੀ, ਉਹ ਜਿਹੜਾ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਉੱਥੋਂ ਦਾ ਮਾਹੌਲ ਆ, ਉਹ ਜ਼ਰੂਰ ਖਰਾਬ ਹੁੰਦਾ। ਦੇਖਦੇ ਆ ਕਿ ਇਹਨਾਂ ਦੀ ਇਨਕੁਆਇਰੀ ਦੇ ਵਿੱਚ ਕੀ ਆਉਂਦਾ। ਜੀ ਰੰਧਾਵਾ ਜੀ, ਮੈਨੂੰ ਤਾਂ ਉਹ ਵੀ ਮੰਜ਼ਰ ਯਾਦ ਹੈ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਆ ਤੇ ਉਹ ਯੂਨੀਵਰਸਿਟੀ ਚਲੇ ਜਾਂਦੇ ਆ, ਔਰ ਜਦੋਂ ਯੂਨੀਵਰਸਿਟੀ ਦੇ ਵਿੱਚ ਵੀਸੀ ਬੋਲਣ ਲੱਗਦੇ, ਇਹੋ ਡਾਕਟਰ ਅਰਵਿੰਦ ਦੇ ਸਾਹਮਣੇ ਉਹ ਇੱਕ ਐਮਐਲਏ ਖੜੇ ਹੋ ਜਾਂਦੇ, ਉਹ ਕਹਿੰਦੇ ਤੇ ਆਰਐਸਐਸ ਦਾ ਬੰਦਾ, ਔਰ ਉਹ ਬੜਾ ਅਵਾ ਤਵਾ ਥੱਲਿਓਂ ਬੋਲਦੇ ਆ ਬਥੇਰਾ। ਚੰਨੀ ਸਾਹਿਬ ਕਹਿੰਦੇ ਕਿਆ ਗੱਲ ਕਰਦੇ ਹੋ, ਬਹਿ ਜਾਓ, ਬਥੇਰੀਆਂ ਇਹੋ ਜਿਹੀਆਂ ਗੱਲਾਂ ਕਰਦੇ, ਪਰ ਰੌਲਾ ਪੈ ਜਾਂਦਾ, ਖਬਰਾਂ ਬਣ ਜਾਂਦੀਆਂ। ਫਿਰ ਇਸੇ ਵੀਸੀ ਨੇ ਕਿਹਾ ਸੀਗਾ ਕਿ ਮੈਂ ਤਾਂ ਮਾਣਹਾਨੀ ਕਰੂੰਗਾ। ਪਤਾ ਨਹੀਂ ਉਹ ਕੋਰਟ 'ਚ ਗਏ, ਕੇਸ ਗਿਆ ਕਿ ਨਹੀਂ, ਪਰ ਵਿਵਾਦ ਤਾਂ ਹੋ ਜਾਂਦੇ ਨਾ ਜੀ। ਵਿਵਾਦ ਕਿਉਂ ਹੁੰਦੇ ਆ? ਨਹੀਂ ਹੋਣੇ ਚਾਹੀਦੇ। ਵੀਸੀ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲੇ, ਸਖਤ ਫੈਸਲੇ ਲਵੇ, ਨਾ ਕਿ ਸਖਤ ਭਾਸ਼ਾ ਬੋਲੇ। ਸਵਾਲ ਤਾਂ ਇਹ ਵੀ ਨੇ, ਪਰ ਚਲੋ ਐਨੀਓ ਜਾਂਚ। ਉਹ ਰੰਧਾਵਾ ਜੀ, ਮਦਨ ਲਾਲ ਜਲਾਲਪੁਰ ਸੀ ਜੀ, ਕਾਂਗਰਸ ਦੇ ਐਮਐਲਏ, ਜਿਹੜੇ ਚਰਨਜੀਤ ਸਿੰਘ ਚੰਨੀ, ਅੱਜ ਕੱਲ ਉਹਨਾਂ ਦੀ ਵੀ ਵੈਸੇ ਤਫਤੀਸ਼ ਸ਼ੁਰੂ ਹੋ ਗਈ ਆ, ਉਹ ਵੱਖਰੇ ਮਾਮਲੇ 'ਚ ਹੈ, ਕਿਸੇ ਦਿਨ ਉਸ ਬਾਰੇ ਵੀ ਗੱਲ ਕਰਾਂਗੇ। ਮੈਂ ਜਾਣ ਕੇ ਨਾ ਇਸ ਕਰਕੇ ਨਹੀਂ ਸੀ ਲਿਆ ਵੀ ਅੱਗੇ ਹੀ ਬੰਦਾ ਤਕਲੀਫ 'ਚ ਉਹਦੇ ਘਰ ਦੇ ਬਾਹਰ ਵਿਜੀਲੈਂਸ ਹੋਈ ਸੀ ਗੱਲ ਪਰਸੋਂ, ਪਿੰਡ ਦੇ ਵਿੱਚ ਘਰ ਆ ਤੇ ਕਿਹੜੀਆਂ ਜੇ ਜੋ ਦੋ ਧਰੇਕਾਂ ਦੇ ਅੰਦਰ ਦੋ ਕਮਰੇ ਪਾ ਲਏ ਤੇ ਹਰਜ ਕੀ ਆ। ਤੇ ਮੈਂ ਸੋਚਿਆ ਵੀ ਵੈਸੇ ਮਦਨ ਲਾਲ ਜਲਾਲਪੁਰ ਦਾ ਨਾਂ ਕੋਈ ਨਵਾਂ ਵਿਵਾਦਾਂ 'ਚ ਨਹੀਂ ਜੁੜਦਾ। ਕਈ ਵਾਰੀ ਜਦੋਂ ਸ਼ਰਾਬ ਦੇ ਮਾਮਲੇ ਆਏ ਸੀਗੇ, ਉਹਨਾਂ ਦੇ ਵਿੱਚ ਵੀ ਜਦੋਂ ਤਰਨਤਾਰਨ ਅੰਮ੍ਰਿਤਸਰ ਵੱਲੋਂ ਘਟਨਾਵਾਂ ਵਾਪਰੀਆਂ,
ਉਦੋਂ ਵੀ ਰੌਲਾ ਪੈਂਦਾ ਸੀਗਾ। ਇਹ ਰੌਲਿਆਂ ਦੀ ਜਾਂਚ ਤਹਿ ਤੱਕ ਕਿਉਂ ਨਹੀਂ ਜਾਂਦੀ, ਇਹਨੂੰ ਅਖੀਰ ਤੱਕ ਕਿਉਂ ਨਹੀਂ ਲੈ ਕੇ ਜਾਇਆ ਜਾਂਦਾ? ਚਲੋ ਆਪਾਂ ਅੱਗੇ ਵਧਦੇ ਹਾਂ। ਪੰਜਾਬ ਦੇ ਵਿੱਚ ਇੱਕ ਹੋਰ ਰੌਲਾ ਬਹੁਤ ਵੱਡਾ ਹੈ ਮਨਪ੍ਰੀਤ ਜੀ। 2 ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਨੇ, ਚਲੋ ਉਹਨਾਂ ਦਾ ਲੀਡਰ ਸੀ, ਮਾਸਾ ਚਮਚੀ ਮਾਰੀ ਲਈ। ਸਾਡੇ ਸੁਭਾਅ 'ਚ, ਪੰਜਾਬੀਆਂ ਦੇ ਖੂਨ 'ਚ ਆ, ਅਸੀਂ ਟਿਕਟ ਲੈਣ ਲਈ, ਮੰਤਰੀ ਬਣ ਲਈ, ਮੁੱਖ ਮੰਤਰੀ ਬਣ ਲਈ, ਚਮਚੀ ਮਾਰਦੇ ਹੀ ਆ ਸਾਰੇ। ਕੋਈ ਕਮਰੇ ਦੇ ਅੰਦਰ ਮਾਰ ਲੈਂਦਾ ਗੋਡੀਆਂ ਥਲਾ ਕੇ, ਕੋਈ ਪਬਲਿਕਲੀ ਮਾਰ ਲੈਂਦਾ। ਵੈਸੇ ਬਾਜਵਾ ਸਾਹਿਬ ਨੂੰ ਐਡੀ ਕਿਹੜੀ ਪਈ ਸੀ, ਅਜੇ ਕਿਹੜਾ ਕੋਈ ਨੇੜੇ ਆਉਂਦਾ ਹੋਰ ਮਿਲਣ ਵਾਲਾ ਸੀ, ਜਿਹੜਾ ਮਿਲਿਆ ਉਹਨੂੰ ਤਾਂ ਸਾਂਭ ਕੇ ਰੱਖ ਲੈਣਾ ਚਾਹੀਦਾ। ਤੇ ਉਹਨਾਂ ਨੇ ਨਵਾਂ ਛੇੜਤਾ ਜੀ, ਆਪਣਾ ਸੱਪ ਕੱਢ ਲਿਆ। ਰਾਹੁਲ ਗਾਂਧੀ ਵੀ ਸੋਚਦੇ ਹੋਣੇ ਆ ਵੀ ਭਰਾਵਾ ਮੈਂ ਤਾਂ 100 ਸੀਟਾਂ ਦੀ ਗਿਣਤੀ ਕਰਦਾ ਫਿਰਦਾ ਕਿ 40-50 ਤੋਂ 100 ਤੇ ਆ ਜਾਈਏ, ਤੇ ਤੁਸੀਂ ਇਕੱਠਾ ਹੀ ਮੈਨੂੰ ਪ੍ਰਧਾਨ ਮੰਤਰੀ ਬਣਾਉਣ ਲੱਗੇ। ਥੋੜਾ ਜਿਹਾ ਘੱਟ ਕਰੋ। ਅੰਦਰ ਸੋਚਦੇ ਹੋਣੇ ਆ ਮੈਂ ਤਾਂ ਕਾਂਗਰਸ ਖੜੀ ਕਰਨ ਨੂੰ ਫਿਰਦਾ ਤੇ ਤੁਸੀਂ ਮੈਨੂੰ ਸਮਾਨ ਤੇ ਚੱਕਣ ਨੂੰ ਫਿਰਦੇ ਹੋ। ਸੋ ਕਈ ਵਾਰੀ ਸਾਡੇ ਨਾਲ ਵੀ ਇੰਜ ਵਾਪਰਦਾ ਨਾ, ਜਦੋਂ ਲਫ਼ਜ਼ ਜ਼ਿਆਦਾ ਵਰਤੇ ਜਾ ਰਹੇ ਹੋਣ ਤੇ ਸਾਨੂੰ ਆਪਣੀ ਔਕਾਤ ਪਤਾ ਹੁੰਦੀ, ਫਿਰ ਸੋਚੀਦਾ ਯਾਰ ਕਾਹਤੋਂ ਇੰਨੀ ਅਸਮਾਨ ਤੇ ਚੜਾ ਰਹੇ ਆ। ਸੋ ਮਨਪ੍ਰੀਤ ਜੀ, ਇਹਨੂੰ ਵੀ ਜ਼ੁਬਾਨ ਦਿਓ। ਬੜਾ ਵਿਵਾਦ ਉੱਠਿਆ। ਜਾਖੜ ਸਾਹਿਬ ਦਾ ਵੀ ਦਰਦ ਪੁਰਾਣਾ, ਤੁਹਾਨੂੰ ਪਤਾ ਨਾ, ਜਾਖੜ ਸਾਹਿਬ ਨੂੰ ਇਹਨਾਂ ਨੇ ਮੁੱਖ ਮੰਤਰੀ ਨਹੀਂ ਸੀ ਬਣਾਇਆ, ਕਹਿ ਕੇ ਸੱਦਿਆ ਸੀ। ਕਹਿੰਦੇ ਸੀ ਕਿਤੇ ਦੂਰੋਂ ਸੱਦਿਆ, ਕਿਤੇ ਬਾਹਰ ਗਏ ਹੋਏ ਸੀ ਕਿਸੇ ਦੂਜੀ ਸਟੇਟ 'ਚ। ਉਹਨਾਂ ਨੂੰ ਕਿਹਾ ਫਟਾਫਟ ਪਹੁੰਚੋ ਚੰਡੀਗੜ੍ਹ। ਤੇ ਬਾਅਦ ਦੇ ਵਿੱਚ ਅੰਬਿਕਾ ਸੋਨੀ ਨੂੰ ਕਹਿ ਕੇ ਕਰਵਾਇਆ ਗਿਆ, ਜਾਂ ਉਹਨਾਂ ਆਪੇ ਕਹਿ ਦਿੱਤਾ, ਫੈਸਲਾ ਹੋਰ ਹੋ ਗਿਆ। ਉਹਨਾਂ ਨੇ ਆਪਣਾ ਦਰਦ ਪੁਰਾਣਾ ਬਾਹਰ ਕੱਢਿਆ। ਇਸੇ ਤਰੀਕੇ ਨਾਲ ਬੀਜੇਪੀ ਦੇ ਹੋਰ ਵੱਡੇ ਆਗੂ ਹਰਦੀਪ ਪੁਰੀ ਜੀ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ, ਉਹ ਸਾਰੇ ਕਹਿ ਰਹੇ ਆ ਵੀ ਇਹਨਾਂ ਡਾਕਟਰ ਮਨਮੋਹਨ ਸਿੰਘ ਦਾ ਅਪਮਾਨ ਕੀਤਾ, ਲੱਗਦਾ ਕਿ ਨਰਸਿਮਹਾ ਰਾਓ ਦਾ ਕੀਤਾ। ਹੁਣ ਬਾਜਵਾ ਸਾਹਿਬ ਵੱਡੇ ਹੋ ਗਏ, ਕਹਿੰਦੇ ਵਿਵਾਦ ਵੱਡੇ ਵੀ ਕਰਦੇ ਆ, ਪਰ ਪੱਗ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਮਾਮਲਾ ਕਿ ਬਾਜਵਾ ਸਾਹਿਬ ਨੂੰ ਡਾਕਟਰ ਮਨਮੋਹਨ ਸਿੰਘ ਦੇ ਸਿੱਖ ਪ੍ਰਾਈਮ ਮਿਨਿਸਟਰ ਬਣਨ ਤੇ ਪੱਗ ਦੇ ਵਧੇ ਸਨਮਾਨ ਨਾਲ ਵੀ ਕੋਈ ਖੁੰਦਕ ਆ। ਸੋ ਇਹਨਾਂ ਮਾਮਲਿਆਂ ਦੇ ਉੱਤੇ ਵੀ ਅੱਗੇ ਵਧਿਓ। ਰੰਧਾਵਾ ਜੀ, ਦਰਅਸਲ ਇਹ ਆ ਕਿ ਜਿਹੜੀ ਰਾਹੁਲ ਗਾਂਧੀ ਦੀ ਇਹ ਯਾਤਰਾ, ਇਹ ਭਾਰਤੀ ਜਨਤਾ ਪਾਰਟੀ ਨੂੰ ਇੰਨਾ ਕੁ ਵਿਚਲਿਤ ਕਰ ਚੁੱਕੀ ਹੈ ਸਾਰੀਆਂ ਸਟੇਟਸ ਦੇ ਵਿੱਚ। ਜਿਸ ਤਰ੍ਹਾਂ ਦਾ ਰਿਸਪੌਂਸ, ਕੋਈ ਨਾ ਕੋਈ ਚੀਜ਼ ਚਾਹੁੰਦੇ ਆ ਕਿ ਕੋਈ ਸਾਨੂੰ ਮੁੱਦਾ ਮਿਲ ਜੇ ਔਰ ਅਸੀਂ ਉਸ ਮੁੱਦੇ ਨੂੰ ਇਸ ਤਰ੍ਹਾਂ ਅੱਗੇ ਕਰ ਦਈਏ ਕਿ ਏਦਾਂ ਲੱਗੇ ਕਿ ਵਿਵਾਦ ਪੈਦਾ ਹੋ ਗਿਆ। ਸ਼ਾਇਦ ਇਸ ਯਾਤਰਾ ਦੀ ਜਿਸ ਤਰ੍ਹਾਂ ਇਹਨੂੰ ਹੁੰਗਾਰਾ ਮਿਲ ਰਿਹਾ, ਉਹ ਹੁੰਗਾਰਾ ਖਤਮ ਹੋ ਜੇ। ਹੁਣ ਤੁਸੀਂ ਦੇਖੋ, ਪ੍ਰਤਾਪ ਸਿੰਘ ਬਾਜਵਾ ਕਹਿ ਕੀ ਰਹੇ ਸੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉਹ ਬਹੁਤ ਜ਼ਿਆਦਾ ਅੱਗੇ ਵੱਧ ਕੇ ਇੱਕ ਤਰ੍ਹਾਂ ਦੀ, ਇਹ ਮੈਂ ਕਹਿੰਦਾ ਚਾਪਲੂਸੀ ਦੀ ਹੱਦ ਤੱਕ, ਬਿਲਕੁਲ ਤੁਹਾਡੀ ਗੱਲ ਠੀਕ ਆ, ਉਹ ਕਹਿ ਰਹੇ ਸੀ ਕਿ ਫਰਜ਼ੀ ਨੇਤਾ। ਕਿਸੇ ਦਾ ਉਹਨਾਂ ਨੇ ਨਾ ਡਾਕਟਰ ਮਨਮੋਹਨ ਸਿੰਘ ਦਾ ਨਾਮ ਲਿਆ, ਨਾ ਨਰਸਿਮਹਾ ਰਾਓ ਦਾ ਨਾਮ ਲਿਆ, ਨਾ ਇਹ ਕਿਹਾ। ਤੁਸੀਂ ਦੇਖੋ, ਮਲਿਕਾ ਅਰਜੁਨ ਖੜਗੇ ਵੀ ਬੈਠੇ ਆ। ਮਲਿਕਾ ਅਰਜੁਨ ਖੜਗੇ ਦਾ ਵੀ ਨਾਂ ਪਿਛਲੇ ਦਿਨਾਂ ਦੇ ਵਿੱਚ ਬਤੌਰ ਪ੍ਰਧਾਨ ਮੰਤਰੀ ਵਧਾਇਆ ਜਾ ਰਿਹਾ, ਪਰ ਇਹਨੂੰ ਇੰਟਰਪ੍ਰੇਟ ਕੀਤਾ ਇਹਨਾਂ ਨੇ। ਭਾਰਤੀ ਕਹਿੰਦੇ ਜੀ ਗੱਲ ਤਾਂ ਬਿਲਕੁਲ ਮਨਮੋਹਨ ਸਿੰਘ ਦਾ ਨਾਂ ਲਿਆ ਹੋ ਸਕਦਾ, ਔਰ ਇਹਨੂੰ ਦੇਖੋ, ਉਹਨਾਂ ਨੇ ਪੱਗ ਨਾਲ ਵੀ ਜੋੜਤਾ, ਇਹਨੂੰ ਸਿੱਖਾਂ ਨਾਲ ਵੀ ਜੋੜਤਾ। ਬੜੀ ਕਮਾਲ ਦੀ ਗੱਲ ਆ ਕਿ ਜਦੋਂ ਉਹ ਸ਼ਬਦ ਨਿਕਲਿਆ ਨਾ ਹੋਵੇ। ਹਾਂ, ਇਹ ਗੱਲ ਤੁਸੀਂ ਕਹੋ ਕਿ ਜਿਹੜੇ ਤੁਹਾਡੇ ਪੁਰਾਣੇ ਫਰਜ਼ੀ ਸੀ, ਉਹ ਕਹਿੰਦੇ ਪੁਰਾਣੇ ਫਰਜ਼ੀ ਸੀ, ਤੇ ਜਿਹੜਾ ਕੋਈ ਨਵਾਂ ਫਰਜ਼ੀ ਮੈਂ ਉਹ ਵੀ ਨਹੀਂ ਆਉਣ ਦੇਣਾ। ਸਟੇਟਮੈਂਟ ਨੂੰ ਜਰਾ ਧਿਆਨ ਨਾਲ ਸੁਣੋ, ਔਰ ਮੈਂ ਕਈ ਵਾਰੀ ਉਹ ਸੁਣੀ ਆ, ਪਰ ਕਿਉਂਕਿ ਕੋਈ ਮੌਕਾ ਚਾਹੀਦਾ ਸੀ। ਅੱਛਾ, ਹੁਣ ਨਹੀਂ ਮਨਪ੍ਰੀਤ ਜੀ, ਸਾਨੂੰ ਕੁਝ ਚੀਜ਼ਾਂ ਕਲੀਅਰ ਕਰਨੀਆਂ ਪੈਣਗੀਆਂ। ਦੇਖੋ, ਇਤਿਹਾਸ ਦੇ ਵਿੱਚ ਜੋ ਵਾਪਰਿਆ ਹੁੰਦਾ ਉਹਨੂੰ ਹੀ ਹਵਾਲਿਆਂ 'ਚ ਲਿਆਂਦਾ ਜਾਂਦਾ। ਜਦੋਂ ਮੈਂਡੇਟ ਆਇਆ ਸੀਗਾ ਇੱਕ ਤਰ੍ਹਾਂ ਨਾਲ ਸੋਨੀਆ ਗਾਂਧੀ ਦੇ ਹੱਕ 'ਚ, ਕਿਉਂਕਿ ਉਹ ਪ੍ਰੈਜ਼ੀਡੈਂਟ ਸੀ, ਤੁਹਾਨੂੰ ਯਾਦ ਹੋਣਾ, ਜਦੋਂ ਡਾਕਟਰ ਮਨਮੋਹਨ ਸਿੰਘ ਨੂੰ ਅੱਗੇ ਵਧਾਤਾ ਸੀ ਸੋਨੀਆ ਗਾਂਧੀ ਨੇ, ਜਦੋਂ ਸੁਸ਼ਮਾ ਸਵਰਾਜ ਨੇ ਕਿਹਾ ਸੀ ਕਿ ਮੈਂ ਤਾਂ ਸਿਰ ਬਣਾ ਦੂੰਗੀ ਜੇ ਕੋਈ ਵਿਦੇਸ਼ੀ ਮੂਲ ਦਾ ਬਣਿਆ ਤਾਂ ਪ੍ਰਧਾਨ ਮੰਤਰੀ। ਮੈਨੂੰ ਲੱਗਦਾ ਹੈ ਕਿ ਇਹ ਸੰਦਰਭ ਉਹੀ ਹੈ ਕਿ ਜਦੋਂ ਮੌਕਾ ਸੋਨੀਆ ਗਾਂਧੀ ਲਈ ਸੀ, ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਨੂੰ ਆਪਣੀ ਕੁਰਸੀ ਦੇ ਦਿੱਤੀ। ਤੇ ਬਾਜਵਾ ਸਾਹਿਬ ਕਹਿ ਰਹੇ ਵੀ ਆਪਾਂ ਨੂੰ ਪ੍ਰਵਾਨ ਨਹੀਂ ਰਾਹੁਲ ਜੀ ਕਿ ਕੱਲ ਨੂੰ 24 ਦੇ ਵਿੱਚ ਤੁਸੀਂ ਪ੍ਰਧਾਨ ਮੰਤਰੀ ਬਣਨ ਲੱਗੋ ਤੇ ਕਹੋ ਮੈਂ ਨਹੀਂ ਬਣਨਾ, ਤੁਸੀਂ ਮਲਿਕਾ ਅਰਜੁਨ ਖੜਗੇ ਨੂੰ ਬਣਾ ਲਓ, ਤੇ ਸਾਨੂੰ ਨਹੀਂ ਪ੍ਰਵਾਨ। ਉਹ ਕਈ ਵਾਰੀ ਬੰਦਾ ਕਹਿੰਦਾ ਹੁੰਦਾ ਵੀ ਜੇ ਰਾਹੁਲ ਜੀ ਆਪ ਨਹੀਂ ਬਣਨਾ ਤੇ ਮੈਨੂੰ ਬਣਾ ਦਿਓ। ਅੱਗੇ ਵੀ ਸਰਦਾਰ ਬਣਿਆ ਸੀ ਐਰਕਾ, ਬਾਜਵਾ ਸਾਹਿਬ ਪ੍ਰਾਈਮ ਮਿਨਿਸਟਰ ਬਣਾ ਦਿਓ। ਖੈਰ, ਹੁਣ ਤੁਸੀਂ ਇਹਨੂੰ ਦਿਓ ਜ਼ਬਾਨ। ਬਿਲਕੁਲ ਤੁਹਾਡੀ ਗੱਲ ਠੀਕ ਆ, ਤੁਹਾਡੀ ਗੱਲ ਬਿਲਕੁਲ ਠੀਕ ਆ। ਆਪਣੀਆਂ ਮੈਂ ਉਹੀ ਗੱਲ ਕਰ ਰਿਹਾ, ਇੰਟਰਪ੍ਰੀਟੇਸ਼ਨਸ ਆ, ਉਹ ਤੁਸੀਂ ਕਰ ਸਕਦੇ ਹੋ, ਉਹ ਹਰ ਕਿਸੇ ਨੂੰ ਹੱਕ ਆ। ਉਹ ਸੁਨੀਲ ਜਾਖੜ ਨੂੰ ਵੀ ਹੱਕ ਆ, ਭਾਰਤੀ ਜਨਤਾ ਪਾਰਟੀ ਦੇ ਹਰੇਕ ਲੀਡਰ ਨੂੰ ਆ, ਉਹ ਮਨਜਿੰਦਰ ਸਿੰਘ ਸਿਰਸਾ ਨੂੰ ਦਿੱਲੀ ਬੈਠ ਕੇ ਵੀ ਹੱਕ ਆ, ਬਿਲਕੁਲ ਠੀਕ ਆ। ਪਰ ਗੱਲ ਇਹ ਆ ਕਿ ਇਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਦਾ ਦਰਦ ਨਹੀਂ ਮੈਨੂੰ ਕਿਤੇ ਨਜ਼ਰ ਆ ਰਿਹਾ ਕਿ ਇਹਨਾਂ ਨੂੰ ਕੋਈ ਡਾਕਟਰ ਮਨਮੋਹਨ ਸਿੰਘ ਦਾ, ਕਿਉਂਕਿ ਜਿਹੜੇ ਇਹਨਾਂ ਦੇ ਆਪਣੇ ਲੋਕ ਆ, ਜਦੋਂ ਡਾਕਟਰ ਮਨਮੋਹਨ ਸਿੰਘ ਦੇ ਖਿਲਾਫ ਟਿੱਪਣੀਆਂ ਕਰਦੇ ਆ, ਕਦੇ ਬੋਲਦੇ ਨਹੀਂ ਆ। ਹੁਣ ਤੁਸੀਂ ਦੇਖੋ, ਪ੍ਰਾਈਮ ਮਿਨਿਸਟਰ ਦੀ ਉਹ ਟਿੱਪਣੀ ਮੈਨੂੰ ਅੱਜ ਵੀ ਯਾਦ ਆ ਕਿ ਮਨਮੋਹਨ ਸਿੰਘ ਨੇ ਇਹੋ ਜਿਹਾ ਕਿਹੜਾ ਰੇਨਕੋਟ ਪਾਇਆ ਸੀ ਕਿ ਆਸੇ-ਪਾਸੇ ਕਰਪਸ਼ਨ ਹੋ ਰਹੀ ਸੀ ਤੇ ਮਨਮੋਹਨ ਸਿੰਘ ਉਸ ਕਰਪਸ਼ਨ ਤੋਂ ਬਚੇ ਰਹੇ। ਇਹ ਦੇਖੋ ਟਿੱਪਣੀ, ਕਿੰਨੀ ਵਾਰੀ ਜਵਾਹਰ ਲਾਲ ਨਹਿਰੂ ਦੇ ਖਿਲਾਫ ਇੰਨੀਆਂ
ਟਿੱਪਣੀਆਂ ਹੋਈਆਂ, ਬਿਲੋ ਦਾ ਬੈਲਟ ਤੱਕ ਹੋਈਆਂ, ਜਿਹੜੀਆਂ ਅਪੱਧਰ ਟਿੱਪਣੀਆਂ ਹੋਈਆਂ, ਪਰ ਕੋਈ ਨਹੀਂ ਬੋਲਦਾ। ਕਹਿਣ ਦਾ ਮਤਲਬ ਕਿ ਹੁਣ ਸੂਟ ਕਰਦਾ, ਇਸ ਕਰਕੇ ਤੁਸੀਂ ਉਹਨੂੰ ਏਦਾਂ ਇੰਟਰਪ੍ਰੇਟ ਕਰ ਲਓ। ਇਹ ਵੱਖਰੀ ਗੱਲ ਆ। ਅਸੀਂ ਕੋਈ ਬਾਜਵਾ ਨੂੰ ਜਾਂ ਪ੍ਰਤਾਪ ਸਿੰਘ ਬਾਜਵਾ ਨੂੰ ਡਿਫੈਂਡ ਨਹੀਂ ਕਰ ਰਹੇ। ਜੇ ਉਹਨਾਂ ਦੀ ਇਸ ਤਰ੍ਹਾਂ ਦੀ ਗੱਲ ਆ, ਉਹ ਵੀ ਨਿਖੇਧੀ ਹੋਣੀ ਚਾਹੀਦੀ ਹੈ। ਹੋ ਸਕਦਾ ਕਾਂਗਰਸ ਦੇ ਵਿੱਚ ਵੱਧ ਹੋ ਰਹੀ ਹੋਵੇ ਕਿ ਤੁਸੀਂ ਸਾਨੂੰ ਇੱਕ ਤਰ੍ਹਾਂ ਦਾ ਐਮਬੈਰਸ ਕਰਤਾ, ਪਰ ਨਾਲ ਦੀ ਨਾਲ ਜਿਹੜੇ ਇੱਕ ਚੀਜ਼ ਹੋਰ ਸ਼ਾਮਲ ਕਰ ਲਓ, ਇਹ ਸ਼ਰੀਕਾ ਕੋਈ ਨਵਾਂ ਨਹੀਂ ਗਾ ਮਨਪ੍ਰੀਤ ਜੀ। ਪ੍ਰਤਾਪ ਸਿੰਘ ਬਾਜਵਾ ਤੇ ਸੁਨੀਲ ਜਾਖੜ ਦਾ ਸ਼ਰੀਕਾ ਪੁਰਾਣਾ। ਲੜਾਈ ਸੀਗੀ ਕੈਪਟਨ ਅਮਰਿੰਦਰ ਤੇ ਪ੍ਰਤਾਪ ਬਾਜਵਾ ਦੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਮੈਂ ਨੀਵੇਂ ਲੈਵਲ ਦੀ ਲੜਾਈ ਨਹੀਂ ਲੜਨੀ। ਉਹ ਆਪਣੇ ਸਿਪਾ ਸਲਾਰਾਂ ਨੂੰ ਅੱਗੇ ਢਾ ਦਿੰਦੇ ਸੀ। ਉਹਨਾਂ ਨੇ ਹਮੇਸ਼ਾ ਸੁਨੀਲ ਜਾਖੜ ਨੂੰ ਬਾਜਵਾ ਦੇ ਸਾਹਮਣੇ ਢਾਤਾ, ਨੰਬਰ 1। ਨੰਬਰ 2, ਤੁਹਾਨੂੰ ਯਾਦ ਹੀ ਹੋਣਾ ਕਿ ਪ੍ਰਤਾਪ ਬਾਜਵੇ ਵਾਲੀ ਟਿਕਟ ਤੇ ਸੁਨੀਲ ਜਾਖੜ ਨੇ ਲੜੀ ਸੀ, ਯਾਦ ਹੈ ਤੁਹਾਨੂੰ? ਪ੍ਰਤਾਪ ਬਾਜਵਾ ਲੋਕ ਸਭਾ ਚ ਹੁੰਦੇ ਸੀ, ਬਾਅਦ ਦੇ ਵਿੱਚ ਉਹਨਾਂ ਨੂੰ ਰਾਜ ਸਭਾ ਚ ਭੇਜਿਆ ਤੇ ਇੱਥੋਂ ਸੁਨੀਲ ਜਾਖੜ ਨੂੰ ਉਹ ਅਬੋਰੋਂ ਲਿਆ ਕੇ ਲੜਾਤਾ ਸੀ। ਦਰਦ ਤਾਂ ਪੁਰਾਣੇ ਉੱਠਦੇ ਹੁੰਦੇ ਆ, ਗੱਲ ਇਹ ਹੈ ਹੋਰ ਦਰਦ ਦੇ ਨਾਲ ਆਪਣਾ ਪੁਰਾਣਾ ਦਰਦ ਜਾਗ ਪੈਂਦਾ, ਇਹ ਤੇ ਆਮ ਕਿਹਾ ਜਾਂਦਾ, ਤੇ ਉਹੀ ਦਰਦ ਨੇ ਜੀ। ਔਰ ਦੇਖੋ ਤੁਸੀਂ ਰੰਧਾਵਾ ਜੀ, ਚਲੋ ਇਸ ਗੱਲ ਤੇ ਤਾਂ ਤੁਸੀਂ ਜਿਹੜੀ ਪੋਲਿਟਿਕਸ ਕਰਨੀ ਆ, ਕਿਉਂਕਿ ਇਹ ਮੁੱਦੇ ਬਿਲਕੁਲ ਸਤਹੀ ਲੈਵਲ ਤੇ ਹੁੰਦੇ ਆ, ਕਦੋਂ ਮੁੱਕ ਜਾਣੇ ਆ ਪਤਾ ਵੀ ਨਹੀਂ ਲੱਗਣਾ। ਲੇਕਿਨ ਇੰਨੇ ਵੱਡੇ ਮੁੱਦੇ ਨੇ। ਤੁਸੀਂ ਦੇਖੋ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਦੇ ਦਿੱਤੀ ਗਈ ਆ। ਕੀ ਭਾਜਪਾ ਦਾ ਕੋਈ ਲੀਡਰ ਬੋਲਦਾ ਕਿ ਇਹਦੇ ਨਾਲ ਮਾਹੌਲ ਖਰਾਬ ਹੋਊਗਾ, ਪੰਜਾਬ ਦਾ ਮਾਹੌਲ ਖਰਾਬ ਹੋਊਗਾ, ਹਰਿਆਣਾ ਤੇ? ਕਿਉਂਕਿ ਆਪਣੀ ਸਰਕਾਰ, ਰੈਸਲਰ ਉੱਥੇ ਬੈਠੇ ਸੀ, ਆਪਾਂ ਉਹਨਾਂ ਤੇ ਵੀ ਗੱਲ ਕਰਾਂਗੇ ਕਿ ਇਹਨਾਂ ਚੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਲੀਡਰ ਇਹਨਾਂ ਦਾ ਦਰਦ ਝਲਕਿਆ ਜਦੋਂ ਇਹ ਗੱਲ ਕਰਦੇ ਆ? ਉੱਥੇ ਨਹੀਂ ਇਹਨਾਂ ਨੇ ਬੋਲਣਾ। ਸਿਰਫ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਹਵਾ ਦੇ ਕੇ ਜਾਂ ਖਬਰ ਬਣਾ ਕੇ ਇਹਨਾਂ ਨੂੰ ਲੱਗਦਾ ਕਿ ਇਹ ਅਸੀਂ ਬੜੀ ਵੱਡੀ ਸੁਰਖੀ ਬਣਾਤੀ। ਇਹ ਠੀਕ ਹੈ, ਤੁਹਾਡੀ ਪੋਲਿਟਿਕਸ ਹੋ ਸਕਦੀ ਹੈ, ਤੁਹਾਡੀ ਇੰਟਰਪ੍ਰੀਟੇਸ਼ਨ ਹੋ ਸਕਦੀ ਹੈ, ਪਰ ਮੁੱਦੇ ਹੋਰ ਬਹੁਤ ਨੇ, ਉਹਨਾਂ ਤੇ ਬੋਲੋ, ਉਹਦੇ ਤੇ ਚੁੱਪ ਨਾ ਕਰਕੇ ਬਹਿ ਜਾ ਕਰੋ। ਜੀ ਰੰਧਾਵਾ ਜੀ, ਹੁਣ ਰਾਮ ਰਹੀਮ ਵਾਲੀ ਖਬਰ ਨੂੰ ਵੀ ਨਾਲ ਹੀ ਲੈ ਲਈਏ ਆਪਾਂ, ਉਹਨੂੰ ਬਹੁਤਾ ਦੂਰ ਕਿਉਂ ਛੱਡਣਾ? ਇਹ ਬਾਬੇ ਕੋਲ ਕੁਝ ਕਰਾਮਾਤੀ ਸ਼ਕਤੀਆਂ ਲੱਗਦੀਆਂ ਪੁਰਾਣੀਆਂ। ਤੁਸੀਂ ਦੇਖੋ, ਕਿਹਾ ਜਾਂਦਾ ਸੀ ਕਿ ਡੇਰਾ ਸਿਰਸਾ ਦੇ ਵਿੱਚ ਕੋਈ ਮੱਥਾ ਨਹੀਂ ਟੇਕਦਾ, ਕੋਈ ਪੈਸੇ ਸੁੱਟ ਕੇ ਜਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਦਾਨ ਨਹੀਂ ਲਿਆ ਜਾਂਦਾ, ਲੇਕਿਨ ਉਹਨਾਂ ਦੀਆਂ ਬੇਸ਼ੁਮਾਰ ਪ੍ਰਾਪਰਟੀਆਂ ਵੀ ਨੇ, ਬਹੁਤ ਵੱਡੇ ਤਾਮ-ਝਾਮ ਵੀ ਨੇ। ਤੇ ਕਰਾਮਾਤ ਹੀ ਹੈ ਨਾ ਵੀ ਕਿਸੇ ਕੋਲ ਕੁਝ ਲੈਣਾ ਵੀ ਨਹੀਂ। ਉਹ ਕਹਿੰਦੇ ਸੀ ਅਸੀਂ ਤਾਂ ਆਪਣਾ ਕਾਰੋਬਾਰ ਕਰਦੇ ਹਾਂ, ਸਬਜ਼ੀਆਂ ਉਗਾਉਂਦੇ ਹਾਂ, ਆਪਾਂ ਅੰਦਰ ਇੰਡਸਟਰੀ ਲਾਈ ਹੋਈ ਹੈ ਤੇ ਇਹਦੇ ਵਿੱਚੋਂ ਸਾਨੂੰ ਪ੍ਰੋਫਿਟ ਮਿਲ ਜਾਂਦਾ। ਸੋ ਉਹ ਬਹੁਤ ਵੱਡਾ ਇੱਕ ਸਾਮਰਾਜ ਖੜਾ ਹੋਇਆ ਜਿਹਦੇ ਚ ਬਹੁਤ ਕਰੋੜੀ ਫਿਲਮਾਂ ਵੀ ਬਣੀਆਂ ਤੇ ਬਹੁਤ ਕਰੋੜੀ ਬਿਜ਼ਨਸ ਵੀ ਫਿਲਮਾਂ ਨੇ ਕੀਤੇ। ਸੋ ਇਹ ਕਰਾਮਾਤ ਤੋਂ ਘੱਟ ਨਹੀਂ। ਫਿਰ ਇਹ ਵੀ ਕਰਾਮਾਤ ਸੀ ਕਿ ਅੰਦਰ ਕਈ ਕੁਝ ਹੁੰਦਾ ਰਿਹਾ, ਉਹਦੀ ਖਬਰ ਬਾਹਰ ਨਹੀਂ ਸੀ ਆਉਂਦੀ। ਫਿਰ ਇੱਕ ਗੁੰਮਨਾਮ ਚਿੱਠੀ ਵਾਜਪਾਈ ਨੂੰ ਜਾਂਦੀ ਹੈ ਬਤੌਰ ਪ੍ਰਧਾਨ ਮੰਤਰੀ। ਫਿਰ ਹੌਲੀ ਹੌਲੀ ਜਾਂਚ ਸ਼ੁਰੂ ਆਉਂਦੀ ਹੈ। ਏਜੰਸੀਆਂ ਦੇ ਵਿੱਚ ਕੁਝ ਚੰਗੇ ਅਫਸਰ ਸੀ ਜਿਨ੍ਹਾਂ ਨੇ ਇਸ ਜਾਂਚ ਨੂੰ ਘੱਟੇ ਕੌਡੀ ਨਹੀਂ ਪੈਣ ਦਿੱਤਾ। ਫਿਰ ਛਤਰਪਤੀ ਵਰਗੇ ਪੱਤਰਕਾਰ ਜਿਹੜੇ ਇਹਨੂੰ ਰਿਪੋਰਟ ਕਰਦੇ ਆ, ਉਹਨਾਂ ਨੂੰ ਖਮਿਆਜਾ, ਉਹਨਾਂ ਨੂੰ ਕਤਲ ਦੇ ਰੂਪ ਦੇ ਵਿੱਚ ਉਹਨਾਂ ਨੂੰ ਜਾਨ ਗਵਾ ਕੇ ਫਿਰ ਮੁੜ ਕੇ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਇੱਕ ਜੱਜ ਨੇ ਡੇਰਿੰਗ ਤਰੀਕੇ ਨਾਲ ਉਹ ਫੈਸਲੇ ਸੁਣਾਏ, ਜਦੋਂ ਇੰਨਾ ਲਾਮ ਲਸ਼ਕਰ ਸੀ ਪੰਚਕੂਲੇ ਦੇ ਵਿੱਚ, ਉਹ ਕਮਰਾਮ ਮੱਚਿਆ ਸੀ, ਉਹ ਸਾਰੀਆਂ ਕਰਾਮਾਤ ਤੋਂ ਘੱਟ ਥੋੜੀ ਗੱਲਾਂ ਨੇ। ਸੋ ਉਸ ਬਾਬੇ ਦੀ ਕਰਾਮਾਤ ਦੇਖੋ ਸਜ਼ਾ ਹੋਣ ਤੋਂ ਬਾਅਦ ਵੀ ਕਾਇਮ ਹੈ। ਵੀ ਹਰ ਮਹੀਨੇ 2 ਮਹੀਨੇ 4 ਮਹੀਨੇ ਬਾਅਦ ਬਾਹਰ ਆਉਣ ਦਾ ਮੌਕਾ ਮਿਲ ਜਾਂਦਾ। ਬੰਦੀ ਸਿੱਖ 35 ਸਾਲਾਂ ਤੋਂ 27 ਸਾਲਾਂ ਤੋਂ 15 ਸਜ਼ਾ ਭੁਗਤਣ ਦੇ ਬਾਅਦ ਵੀ ਨਹੀਂ ਬਾਹਰ ਆ ਪਾਉਂਦੇ। ਸੋ ਇਹ ਜਿਹੜੀ ਬਾਰ-ਬਾਰ ਪੈਰੋਲ ਮਿਲਦੀ ਹੈ, ਕੀ ਕਹਿੰਦੇ ਰੰਧਾਵਾ ਜੀ, ਜਿਸ ਤਰ੍ਹਾਂ ਹਰਿਆਣੇ ਦੀ ਸਰਕਾਰ ਲਗਾਤਾਰ ਗੁਰਮੀਤ ਰਾਮ ਰਹੀਮ ਜੋ ਸਿਰਸੇ ਡੇਰੇ ਦੇ ਮੁਖੀ ਆ, ਇਸ ਨੂੰ ਲਗਾਤਾਰ ਜਦੋਂ ਪੈਰੋਲ ਤੇ ਫਰਲੋਸ ਤੇ ਬਾਹਰ ਲੈ ਕੇ ਆ ਰਹੀ ਆ, ਮੈਨੂੰ ਲੱਗਦਾ ਕਿ ਇਹਨਾਂ ਨੂੰ ਬਾਹਰ ਹੀ ਰੱਖ ਲੈਣਾ ਚਾਹੀਦਾ। ਸਜ਼ਾ ਦਿਵਾਉਣੀ ਕਿਉਂ ਸੀ? ਅੰਦਰ ਭੇਜੋ ਹੀ ਨਾ। ਤੁਸੀਂ ਦੇਖੋ ਪਿਛਲੇ ਸਾਲ ਤੇ ਹੁਣ ਲੈ ਕੇ 3 ਵਾਰੀ ਇਹ ਹੋ ਚੁੱਕਾ, 3 ਵਾਰੀ ਪਹਿਲਾਂ 6 ਵਾਰੀ ਪੈਰੋਲ ਤੇ ਫਰਲੋ ਮਿਲ ਚੁੱਕੀ ਆ। ਕੀ ਇਸ ਤਰ੍ਹਾਂ ਦਾ ਵਿਵਹਾਰ ਕਿਸੇ ਹੋਰ ਜਿਹੜਾ ਇੰਨਾ ਸੰਗੀਨ ਜਿਹਨੇ ਜੁਰਮ ਕੀਤੇ ਹੋਣ, ਜਿਹੜਾ ਬਲਾਤਕਾਰੀ ਹੋਵੇ, ਜਿਹੜਾ ਰੇਪਿਸਟ ਹੋਵੇ, ਜਿਹੜਾ ਮਰਡਰਰ ਹੋਵੇ? ਔਰ ਤੁਸੀਂ ਰਣਜੀਤ ਸਿੰਘ ਦੀ ਵੀ ਗੱਲ ਕਰ ਲਓ ਰੰਧਾਵਾ ਜੀ, ਰਣਜੀਤ ਸਿੰਘ ਦਾ ਮਰਡਰ ਸਨ 2002 ਦੇ ਵਿੱਚ ਕੀਤਾ, ਉਹਦੇ ਲਈ ਕਨਵਿਕਸ਼ਨ ਹੋਈ ਆ। ਇਸੇ ਤਰ੍ਹਾਂ ਰਾਮਚੰਦਰ ਛਤਰਪਤੀ ਇੱਕ ਪੱਤਰਕਾਰ ਸੀ, ਉਹਦੀ ਵੀ ਸਨ 2002 ਦੇ ਵਿੱਚ ਮਰਡਰ ਹੋਇਆ, ਉਹਦੇ ਲਈ ਵੀ ਕਨਵਿਕਸ਼ਨ ਹੋਈ ਆ। 2 ਕੁੜੀਆਂ ਰੇਪਿਸਟ ਜਿਹੜੀਆਂ ਇੰਨੇ ਅੱਗੇ ਵੱਧ ਕੇ, ਜਿਨ੍ਹਾਂ ਨੇ ਸਾਰੀਆਂ ਕੰਪਲੇਂਟਸ ਕੀਤੀਆਂ, ਐਂਡ ਤੱਕ ਮੁੱਕਰੀਆਂ ਨਹੀਂ, ਇੰਨੇ ਵੱਡੇ ਇੰਪਾਇਰ ਦੇ ਖਿਲਾਫ ਖੜੀਆਂ ਰਹੀਆਂ। ਅਸੀਂ ਯਾਦ ਕਰੀਏ ਉਹਨਾਂ ਨੂੰ, ਉਹਨਾਂ ਦੇ ਮਨਾਂ ਤੇ ਕੀ ਬੀਤੀ ਹੋਊਗੀ। ਔਰ ਤੁਸੀਂ ਦੇਖੋ ਰੰਧਾਵਾ ਜੀ, ਔਰ ਹਰ ਵਾਰੀ ਜਦੋਂ ਪੈਰੋਲ ਮਿਲੀ ਆ, ਉਦੋਂ ਹੀ, ਮੈਂ ਕੱਲ ਵੀ ਇਹ ਦੱਸਿਆ ਸੀ, ਉਦੋਂ ਚੋਣਾਂ ਹੁੰਦੀਆਂ ਨੇ, ਇਲੈਕਸ਼ਨਸ ਹੁੰਦੀਆਂ ਨੇ। ਅੱਛਾ, ਹੁਣ ਪੈਰੋਲ ਕਾਹਦੀ ਮਿਲੀ ਆ? ਹੁਣ ਪੈਰੋਲ ਮਿਲੀ ਆ ਕਿ ਸਾਡੇ ਜਿਹੜੇ ਇੱਕ ਪਹਿਲਾਂ ਦੇ ਜਿਨ੍ਹਾਂ ਤੋਂ ਇਹਨਾਂ ਨੇ ਗੱਦੀ ਲਿੱਤੀ ਆ,
ਸ਼ਾਹ ਸਤਨਾਮ ਕਰਕੇ ਉਹ ਬਾਬੇ ਨੇ, ਉਹਨਾਂ ਦਾ ਜਨਮ ਦਿਨ ਹੈ ਜੀ 25 ਜਨਵਰੀ ਨੂੰ, ਇਸ ਕਰਕੇ, ਔਰ ਉਹਦੇ ਲਈ 40 ਦਿਨ ਦੀ ਪੈਰੋਲ, ਔਰ ਉਹਦੇ ਲਈ ਕੰਡੀਸ਼ਨ ਵੀ ਇਹ ਰੱਖੀ ਹੈ ਕਿ ਮੈਨੂੰ ਸਿਰਸੇ ਦੇ ਵਿੱਚ ਹੀ ਰਹਿਣ ਦਿੱਤਾ ਜਾਵੇ। ਰੰਧਾਵਾ ਜੀ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਇੱਕ ਪ੍ਰੈਸੀਡੈਂਟ ਸੈੱਟ ਕਰ ਰਹੇ ਨੇ, ਕਿਸ ਤਰ੍ਹਾਂ ਦੀ ਉਦਾਹਰਨ ਸੈੱਟ ਕਰ ਰਹੇ ਨੇ। ਫੇਰ ਕਹਿੰਦੇ ਨੇ ਕਿ ਇੱਥੋਂ ਦੇ ਬੱਚੇ ਬਾਹਰ ਜਾ ਰਹੇ ਨੇ, ਉਹ ਬੱਚੀਆਂ ਜਿਨ੍ਹਾਂ ਨੇ ਇੰਨਾ ਵੱਡਾ ਰਿਸਕ ਲੈ ਕੇ ਅੱਗੇ ਆਏ ਔਰ ਉਹਨਾਂ ਨੇ ਸ਼ਿਕਾਇਤਾਂ ਕੀਤੀਆਂ, ਲੜਾਈਆਂ ਲੜੀਆਂ, ਉਹਨਾਂ ਦੇ ਮਨਾਂ ਤੇ ਕੀ ਗੁਜ਼ਰਦੀ ਹੋਏਗੀ ਕਿ ਕੀ ਇੱਕ ਤਰ੍ਹਾਂ ਬਲਾਤਕਾਰੀ ਨੂੰ, ਔਰ ਉਸ ਤੋਂ ਬਾਅਦ ਤੁਸੀਂ ਦੇਖੋ ਪੈਰੋਲ ਤਾਂ ਮਿਲ ਹੀ ਰਹੀ ਆ, ਲਗਾਤਾਰ ਇਹ ਵਿਅਕਤੀ ਮਹੀਨੇ ਕੇ ਲਈ ਅੰਦਰ ਜਾਂਦਾ, ਫਿਰ ਮਹੀਨੇ ਲਈ ਬਾਹਰ ਆ ਜਾਂਦਾ। ਦੂਸਰੇ ਪਾਸੇ ਇਸ ਨੂੰ ਇੱਕ Z+ ਸਿਕਿਉਰਿਟੀ ਵੀ ਮਿਲੀ ਹੋਈ ਆ। ਕੀ ਅਸੀਂ ਕ੍ਰਿਮੀਨਲਸ ਨੂੰ ਇਸ ਤਰ੍ਹਾਂ ਟਰੀਟ ਕਰਦੇ ਆ? ਕੀ ਐਕਸ ਜਾਂਦਾ ਭਾਰਤ ਦਾ? ਔਰ ਭਾਰਤੀ ਜਨਤਾ ਪਾਰਟੀ ਜਿਹੜੀ ਇਹ ਗੱਲ ਕਰਦੀ ਹੈ ਹਮੇਸ਼ਾ, ਕਈ ਵਾਰੀ ਮੈਂ ਕਹੀ ਆ, ਬੇਟੀ ਬਚਾਓ ਬੇਟੀ ਪੜਾਓ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਥੇ ਆ ਕੇ ਬਿਲਕੁਲ ਲੱਗਦਾ ਕਿ ਇਹ ਨਾਰੇ ਇਹਨਾਂ ਦੇ ਬਿਲਕੁਲ ਖੋਖਲੇ ਲੱਗਦੇ ਆ। ਔਰ ਪੰਜਾਬ ਦੇ ਲੀਡਰ ਜਿਹੜੇ ਇਹਨਾਂ ਦੇ ਵਿੱਚ ਗਏ ਆ, ਉਹਨਾਂ ਨੇ ਬੋਲਣਾ ਹੀ ਬੰਦ ਕਰਤਾ ਇਸ ਗੱਲ ਉੱਤੇ। ਜੀ ਰੰਧਾਵਾ ਜੀ, ਕੋਈ ਕਾਨੂੰਨ ਹੋਊਗਾ ਜਿਹੜਾ ਇਦਾਂ ਅਲਾਉ ਕਰਦਾ ਹੋਊਗਾ, ਨਹੀਂ ਤਾਂ ਇਹ ਵੀ ਕਟਹਿਰੇ ਚ ਆਉਂਦੇ। ਕੋਈ ਤਾਂ ਕੋਈ ਜੇਲ੍ਹ ਮੈਨੂਅਲ ਹੋਊਗਾ, ਕੋਈ ਪ੍ਰਸ਼ਾਸਨਿਕ ਮੈਨੂਅਲ ਹੋਊਗਾ, ਕੋਈ ਕੋਰਟਾਂ ਦੇ ਆਰਡਰ ਹੋਣਗੇ। ਕੀ ਤਾਂ ਇਹ ਐਂਟਾਈਟਲਡ ਨਹੀਂ ਹੁੰਦੇ, ਮਿਲ ਸਕਦੀ ਹੁੰਦੀ ਆ ਪੈਰੋਲ। ਇਹ ਵੀ ਮੈਨੂੰ ਦੱਸ ਦਿਓ। ਉਂਝ ਵੈਸੇ ਤੁਹਾਡੀ ਸਟੇਟਮੈਂਟ ਬਹੁਤ ਗਲਤ ਮੈਨੂੰ ਲੱਗੀ। ਤੁਸੀਂ ਕਿਹਾ ਇਹ ਬੋਲਦੇ ਨਹੀਂ, ਬੋਲਦੇ ਕਿਉਂ ਨਹੀਂ? ਬੋਲਦੇ ਨੇ, ਜਾ ਕੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਵੋਟ ਸਾਨੂੰ ਪਵਾ ਦਿਓ। ਉਦੋਂ ਬੋਲਦੇ ਆ ਨਾ, ਤੇ ਹੁਣ ਵੀ ਬੋਲਣਗੇ ਵੋਟ ਪਵਾ ਦਿਓ ਜੀ। ਐ ਨਾ ਕਿਆ ਕਰੋ। ਦੇਖੋ ਪੋਲੀਟੀਸ਼ੀਅਨ ਨੇ, ਸਤਿਕਾਰਯੋਗ ਨੇ, ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ, ਮੈਨੂੰ ਨਹੀਂ ਮਨਜ਼ੂਰ। ਹਾਂਜੀ ਹੁਣ ਦੱਸੋ। ਬਿਲਕੁਲ ਰੰਧਾਵਾ ਜੀ, ਤੁਹਾਡਾ ਬੜਾ ਅਹਿਮ ਸਵਾਲ ਆ। ਕਿਸੇ ਵੀ ਫਰਲੋ ਦੇ ਵਿੱਚ, ਕਿਸੇ ਵੀ ਪੈਰੋਲ ਦੇ ਵਿੱਚ ਕੋਰਟ ਦਾ ਕੋਈ ਆਰਡਰ ਨਹੀਂ ਆ। ਇੱਕ ਕਰਨਾਲ ਦਾ, ਰੋਹਤਕ ਦਾ ਜਾਂ ਇੱਥੋਂ ਦੇ ਜਿਹੜੇ ਅਫਸਰ ਨੇ ਉਹ ਇਸ ਦੇ ਵਿੱਚ ਫੈਸਲੇ ਲੈ ਰਹੇ ਨੇ, ਡਿਵੀਜ਼ਨਲ ਕਮਿਸ਼ਨਰ ਫੈਸਲੇ ਲੈ ਰਹੇ ਨੇ। ਇਹਨਾਂ ਦੇ ਜੇਲ੍ਹ ਮੰਤਰੀ ਨੇ ਰਣਜੀਤ ਸਿੰਘ, ਉਹ ਕਹਿੰਦੇ ਨੇ ਅਸੀਂ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਫੈਸਲੇ ਲੈ ਰਹੇ ਹਾਂ। ਸਾਨੂੰ ਘੱਟੋ ਘੱਟ ਲਿਸਟ ਦੇਣ, ਦੱਸਣ ਕਿੰਨੇ ਕੈਦੀਆਂ ਨੂੰ ਤੁਸੀਂ ਇਸ ਰੈਗੂਲਰ, ਜਿਨ੍ਹਾਂ ਨੇ ਇੰਨੇ ਸੰਗੀਨ ਜੁਰਮ ਕੀਤੇ ਹੋਣ, ਉਹਨਾਂ ਨੂੰ ਤੁਸੀਂ 30 ਦਿਨਾਂ ਲਈ, 40 ਦਿਨਾਂ ਲਈ, 25 ਦਿਨਾਂ ਲਈ ਬਾਹਰ ਭੇਜ ਦਿਓ। ਇਹ ਕੀ ਲਿਸਟ ਦੇ ਸਕਦੇ ਆ? ਕੋਈ ਇੱਕ ਪ੍ਰੈਸ ਕਾਨਫਰੰਸ ਕਰ ਸਕਦੇ ਆ? ਨਹੀਂ ਦੇ ਸਕਦੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਰਿਜੈਕਟ ਹੋ ਜਾਂਦੀਆਂ ਨੇ। ਕਈ ਇਹਨਾਂ ਕੋਲੇ ਪ੍ਰੋਵੀਜ਼ਨਸ ਨੇ, ਪਰ ਜਿੱਥੇ ਦੇਣੀ ਹੁੰਦੀ ਆ ਉੱਥੇ ਆਊਟ ਆਫ ਦਾ ਬਿਲਕੁਲ ਹੈ। ਇਹ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਾਨੂੰਨ ਦੇ ਹਿਸਾਬ ਨਾਲ ਹੀ ਹੋ ਰਿਹਾ, ਪਰ ਕਾਨੂੰਨ ਇੱਕ ਵਿਅਕਤੀ ਲਈ ਹੋਰ, ਦੂਸਰਿਆਂ ਲਈ ਹੋਰ। ਗੱਲ ਤਾਂ ਇਹ ਹੈ ਰੰਧਾਵਾ ਜੀ। ਇਸੇ ਨੂੰ ਤਾਂ ਡਿਸਕ੍ਰਿਸ਼ਨ ਕਹਿੰਦੇ, ਇਸੇ ਨੂੰ ਤਾਂ ਕਹਿੰਦੇ ਆ ਉਹ ਤਾਕਤਾਂ ਜਿਹੜੀਆਂ ਆਪਾਂ ਅਵੇਲ ਕਰਦੇ ਆ ਆਪਣੇ ਅਹੁਦੇ ਦੇ ਨਾਲ। ਇਸੇ ਕਰਕੇ ਤਾਂ ਏਡੇ ਅਹਿਮ ਹੁੰਦੇ ਅਫਸਰ। ਤੁਸੀਂ ਅਫਸਰਾਂ ਨਾਲ ਵਿਗਾੜ ਕੇ ਰੱਖ ਦਿਓ, ਮੈਨੂੰ ਲੱਗਦਾ ਮੈਨੂੰ ਕਿਸੇ ਦਿਨ ਪੰਗੇ ਚ ਪਵਾਓਗੇ ਜੀ। ਚਲੋ ਛੱਡੋ ਪਰੇ, ਆਪਾਂ ਅੱਗੇ ਵਧਦੇ ਹਾਂ। ਵੈਸੇ ਜਿਹੜਾ ਅੰਦੋਲਨ, ਇੱਕ ਜੰਤਰ ਮੰਤਰ ਤੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ, ਉਹ ਕੱਲ ਖਤਮ ਹੋ ਗਿਆ। ਸਰਕਾਰ ਨੇ ਥੋੜੀ ਸੰਵੇਦਨਸ਼ੀਲਤਾ ਦਿਖਾਈ ਹੈ, ਤੇ ਉਹ ਪਹਿਲਵਾਨ ਕੁੜੀਆਂ ਜਿਨ੍ਹਾਂ ਨੇ ਆਪਣੀ ਫੈਡਰੇਸ਼ਨ ਦੇ ਪ੍ਰਧਾਨ ਤੇ ਸੰਗੀਨ ਇਲਜ਼ਾਮ ਲਾਏ ਸੀਗੇ, ਹੁਣ ਉਹ ਅੰਦੋਲਨ ਨੂੰ ਵਾਪਸ ਉਹਨਾਂ ਨੇ ਲੈ ਲਿਆ। ਇਹ ਕੀ ਹੋਇਆ? ਇਹ ਘਟਨਾਕ੍ਰਮ ਨਾਲ ਥੋੜੇ ਸ਼ਬਦਾਂ 'ਚ ਸਾਂਝ ਪਵਾ ਦਿਓ। ਕੀ ਸੱਚੀ ਮੁੱਕਮਕਾ ਹੋ ਗਿਆ, ਜਾਂ ਕੋਈ ਜਾਂਚ ਹੀ ਚੱਲੀ ਹੈ, ਜਾਂ ਕੋਈ ਮੁੱਢਲੇ ਤੌਰ ਦੇ ਵਿੱਚ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਜਿਹਦੇ ਖਿਲਾਫ ਸ਼ਿਕਾਇਤ ਸੀ? ਰੰਧਾਵਾ ਜੀ, ਆਖਿਰ ਕਾਫੀ ਮੀਟਿੰਗਾਂ ਤੋਂ ਬਾਅਦ 3 ਦਿਨ ਇਹਨਾਂ ਰੈਸਲਰਸ ਨੂੰ ਆਪਣੀ ਪ੍ਰੈਕਟਿਸ ਛੱਡ ਕੇ, ਆਪਣੀ ਗੇਮ ਛੱਡ ਕੇ ਇੱਥੇ ਜੰਤਰ ਮੰਤਰ ਦੇ ਵਿੱਚ ਬਹਿਣਾ ਪਿਆ, ਠੰਡ ਦੇ ਵਿੱਚ ਬਹਿਣਾ ਪਿਆ। ਫੇਰ ਜਾ ਕੇ ਸਰਕਾਰ ਥੋੜੀ ਬਹੁਤੀ ਹਿੱਲੀ ਆ। ਔਰ ਤੁਸੀਂ ਦੇਖੋ ਰੰਧਾਵਾ ਜੀ, ਕੀ ਸਾਡਾ ਦੇਸ਼ ਦਾ ਇਹ ਕਾਨੂੰਨ ਆ? ਸੁਪਰੀਮ ਕੋਰਟ ਦੀਆਂ ਹਦਾਇਤਾਂ ਬਾਰ-ਬਾਰ ਆਈਆਂ ਨਹੀਂ ਕਿ ਜੇ ਕੋਈ ਔਰਤ ਜਾਂ ਲੜਕੀ ਜਾਂਦੀ ਹੈ ਕੋਰਟ ਦੇ ਵਿੱਚ ਔਰ ਇਹ ਕਹਿੰਦੀ ਆ, ਮਾਫ ਕਰਨਾ, ਕੋਰਟ 'ਚ ਜਾਂਦੀ ਆ, ਤੇ ਚਾਹੇ ਉਹ ਪੁਲਿਸ ਸਟੇਸ਼ਨ ਜਾਂਦੀ ਆ, ਪੁਲਿਸ ਸਟੇਸ਼ਨ ਦੇ ਵਿੱਚ ਉਹ FIR ਦਰਜ ਕਰਾਉਂਦੀ ਆ ਕਿ ਮੇਰੇ ਨਾਲ ਕਿਸੇ ਨੇ ਬਦਸਲੂਕੀ ਕੀਤੀ ਹੈ, ਰੇਪ ਕੀਤਾ, ਮੋਲਸਟੇਸ਼ਨ ਹੋਈ ਆ, ਇਮੀਡੀਏਟਲੀ FIR ਦਰਜ ਕਰਕੇ ਉਸ ਦੀ ਜਾਂਚ ਕਰੋ। ਕਿੰਨੀ ਵਾਰੀ ਕੋਰਟ ਨੂੰ ਕਹਿਣਾ ਪਊਗਾ? ਇਸ ਮਾਮਲੇ ਦੇ ਵਿੱਚ ਕੀ ਇਸ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ? ਇੱਕ ਕੁੜੀ ਨਹੀਂ, 20 ਕੁੜੀਆਂ ਇਹ ਇਲਜ਼ਾਮ ਲਾ ਰਹੀਆਂ ਨੇ, ਔਰ ਓਪਨਲੀ ਲਾ ਰਹੀਆਂ, ਔਰ ਕਹਿ ਰਹੀਆਂ ਸਾਡੇ ਕੋਲ ਐਵੀਡੈਂਸ ਆ, ਕੋਈ FIR ਨਹੀਂ ਹੁੰਦੀ। ਕਿਉਂਕਿ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਜਿਹੜਾ ਪ੍ਰਧਾਨ ਆ, ਜਿਹੜਾ ਪ੍ਰੈਜ਼ੀਡੈਂਟ ਆ, ਉਹ ਹੈ ਭਾਰਤੀ ਜਨਤਾ ਪਾਰਟੀ ਦਾ ਮੈਂਬਰ ਪਾਰਲੀਮੈਂਟ 6 ਵਾਰੀ ਦਾ, ਔਰ ਆਪਣੇ ਇਲਾਕੇ 'ਚ ਬੜਾ ਪਾਵਰਫੁਲ ਆ। ਬ੍ਰਜ ਭੂਸ਼ਣ ਸ਼ਰਨ ਸਿੰਘ ਉਹਦਾ ਨਾਮ ਆ, ਔਰ ਇੰਨਾ ਉਹ ਕੱਲ ਤੱਕ ਇਹ ਕਹਿ ਰਿਹਾ ਸੀ ਕਿ ਮੈਨੂੰ ਤਾਂ ਕੋਈ ਲਾ ਕੇ ਦਿਖਾਵੇ, ਮੈਂ ਨਹੀਂ ਲੈਣਾ। ਹਾਂ, ਕਹਿੰਦੇ ਜੇ ਪ੍ਰੂਫ ਹੋ ਗਿਆ ਐਲੀਗੇਸ਼ਨ, ਮੈਂ ਸੁਸਾਈਡ ਕਰ ਲੂੰਗਾ। ਦੱਸੋ, ਇਸ ਤਰ੍ਹਾਂ ਦੀ ਸਟੇਟਮੈਂਟ ਦੇਣੀ ਆ? ਹੁਣ ਕੀ ਹੋਇਆ ਰੰਧਾਵਾ ਜੀ? ਆਖਿਰਕਾਰ ਜਦੋਂ ਸਰਕਾਰ ਨੂੰ ਪਤਾ ਲੱਗਾ ਕਿ ਸਾਡੀ ਇਹਦੇ ਨਾਲ ਬੜੀ ਫਜ਼ੀਅਤ ਹੋ ਰਹੀ ਆ, ਯੂਨੀਅਨ ਸਪੋਰਟਸ ਮਿਨਿਸਟਰ ਔਰ ਯੂਨੀਅਨ ਸਪੋਰਟਸ ਮਿਨਿਸਟਰ ਅਨੁਰਾਗ ਠਾਕੁਰ ਨੇ, ਉਹਨਾਂ ਨੇ ਲਗਾਤਾਰ ਬੈਠਕਾਂ ਕੀਤੀਆਂ। ਆਖਿਰਕਾਰ ਇੰਡੀਅਨ 올림픽 ਐਸੋਸੀਏਸ਼ਨ,
ਇੰਡੀਅਨ 올림픽 ਐਸੋਸੀਏਸ਼ਨ ਨੇ ਹੁਣ ਇੱਕ ਪੈਨਲ ਬਣਾ ਦਿੱਤਾ ਸਰਕਾਰ ਦੇ ਨਾਲ ਰਲ ਕੇ। ਉਸ ਪੈਨਲ ਦੇ ਵਿੱਚ ਬੜੇ ਉੱਘੇ ਖਿਡਾਰੀ ਨੇ, ਮੈਰੀ ਕਾਮ ਜਿਹੜੇ ਬਾਕਸਰ, ਜਿਨ੍ਹਾਂ ਤੇ ਫਿਲਮ ਵੀ ਬਣੀ ਸੀ ਰੰਧਾਵਾ ਜੀ, ਇਸੇ ਤਰ੍ਹਾਂ ਡੋਲਾ ਬੈਨਰਜੀ ਆਰਚਰੀ ਕਰਦੇ ਨੇ ਉਹ, ਇਸੇ ਤਰ੍ਹਾਂ ਅਲਕਨੰਦਾ ਅਸ਼ੋਕ ਇਹ ਬੈਡਮਿੰਟਨ ਖੇਲਦੇ ਨੇ, ਇਸੇ ਤਰ੍ਹਾਂ ਯੋਗੇਸ਼ਵਰ ਦੱਤ ਇਹ ਜਿਮਨਾਸਟ ਨੇ, ਔਰ ਸਾਧਵ ਯਾਦਵ ਇਹ ਰੈਸਲਿੰਗ ਫੈਡਰੇਸ਼ਨ ਦੇ ਵਿੱਚ ਅਹੁਦੇਦਾਰ ਨੇ। ਇਹਨਾਂ ਦਾ ਇੱਕ ਪੈਨਲ ਬਣਾਤਾ ਕਿ ਤੁਸੀਂ 1 ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦਿਓ ਕਿ ਇਹ ਐਲੀਗੇਸ਼ਨ ਠੀਕ ਆ ਜਾਂ ਨਹੀਂ। ਰੰਧਾਵਾ ਜੀ ਤੁਸੀਂ ਦੱਸੋ, ਏਦਾਂ ਵੀ ਹੁੰਦਾ ਕੀ ਕੋਈ ਔਰਤ ਜਾਂ ਕੋਈ ਦੂਸਰੇ ਤੇ ਕੰਪਲੇਂਟ ਇਸ ਟਾਈਮ ਆਵੇ, ਉਹਨੂੰ 1 ਮਹੀਨੇ ਦਾ ਪੈਨਲ ਹਰੇਕ ਕੇਸ 'ਚ ਬਣਾਓਗੇ ਤੁਸੀਂ? ਸਿਰਫ ਇਸ ਕਰਕੇ ਤੁਸੀਂ ਡਿਲੇ ਕਰ ਦਿੱਤਾ ਗਿਆ, 1 ਮਹੀਨੇ ਲਈ ਟਾਲਤਾ ਕਿ ਕਿਸੇ ਨਾ ਕਿਸੇ ਤਰ੍ਹਾਂ ਮਾਮਲੇ ਨੂੰ ਸੁਲਝਾਓ। ਇਹਨਾਂ ਨੇ ਕੱਲ ਖਿਡਾਰੀਆਂ ਨੇ, ਜਦੋਂ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਰਕਾਰ ਕੁਝ ਕਰਦੀ ਹੋਈ ਨਜ਼ਰ ਨਹੀਂ ਆ ਰਹੀ, ਇਹਨਾਂ ਨੇ ਇੰਡੀਅਨ 올림픽 ਬਾਡੀ ਆ ਉਹ 'ਚ ਪੀਟੀ ਊਸ਼ਾ ਨੇ ਉਹਨਾਂ ਨੂੰ ਵੀ ਚਿੱਠੀ ਲਿਖੀ ਸੀ। ਪੀਟੀ ਊਸ਼ਾ ਜਿਹੜੇ ਬਹੁਤ ਮੰਨੇ ਪਰਮੰਨੇ ਸਾਡੇ ਐਥਲੀਟ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ, ਉਹਨਾਂ ਨੇ ਆ ਕੇ ਵੀ ਇਹਨਾਂ ਦੀ ਸਪੋਰਟ ਕੀਤੀ ਸੀ। ਤੁਸੀਂ ਦੇਖੋ ਕਿ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਸੀ, ਵਿਨੇਸ਼ ਫੋਗਾਟ ਜਿਹੜੇ ਇਸ ਟਾਈਮ ਜਿਨ੍ਹਾਂ ਦੇ ਹੰਝੂ ਰੁਕਦੇ ਨਹੀਂ ਆ, ਲਗਾਤਾਰ ਜਦੋਂ ਟੀਵੀ ਕੈਮਰਿਆਂ ਤੇ ਗੱਲ ਕਰਦੇ ਆ, ਔਰ ਵਿਨੇਸ਼ ਫੋਗਾਟ ਕੌਣ ਨੇ? ਉਹ ਵੀ ਮੰਨੇ ਪਰਮੰਨੇ ਰੈਸਲਰ ਨੇ, ਔਰ ਬਬੀਤਾ ਫੋਗਾਟ ਦੀ ਕਜ਼ਨ ਆ ਉਹ। ਬਬੀਤਾ ਫੋਗਾਟ ਜਿਹੜੀ ਬੀਜੇਪੀ ਦੇ ਵਿੱਚ ਆ, ਇਹ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਜਿਹੜੇ ਕਹਿੰਦੇ ਸੀ ਕੋਈ ਗੱਲ ਨਹੀਂ ਤੁਹਾਨੂੰ ਇਨਸਾਫ ਮਿਲੇਗਾ, ਉਹ ਕਹਿੰਦੇ ਜਦੋਂ ਮੈਂ ਟੋਕੀਓ 올림픽ਸ ਦੇ ਵਿੱਚ ਮੈਡਲ ਨਹੀਂ ਜਿੱਤ ਸਕੀ, ਮੈਨੂੰ ਟੌਰਚਰ ਕੀਤਾ ਗਿਆ, ਮੈਂਟਲੀ ਮੈਨੂੰ ਹਰਾਸ ਕੀਤਾ ਗਿਆ। ਉਸ ਤੋਂ ਬਾਅਦ ਕਹਿੰਦਾ ਮੇਰੇ ਇੰਨਾ ਮਨ ਹੋ ਗਿਆ ਸੀ ਕਿ ਮੈਨੂੰ ਲੱਗਾ ਮੈਂ ਸੁਸਾਈਡ ਕਰਨਾ। ਰੰਧਾਵਾ ਜੀ ਜਿਹੜੀਆਂ 20 ਹੋਰ ਕੁੜੀਆਂ, ਕੋਈ ਆਮ ਵਿਅਕਤੀ ਜਾਂ ਆਮ ਪਰਿਵਾਰ ਜਲਦੀ ਕਿਤੇ ਆਪਣੀ ਲੜਕੀਆਂ ਨੂੰ ਖੇਡਾਂ ਵਾਸਤੇ ਭੇਜਦਾ ਨਹੀਂ ਆ। ਸਾਨੂੰ ਪਤਾ ਸਾਡਾ ਮਾਹੌਲ ਕੀ ਆ, ਸਾਡਾ ਸਮਾਜ ਕੀ ਆ, ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਔਰ ਤੁਸੀਂ ਉਹਨੂੰ ਇਸ ਤਰ੍ਹਾਂ ਡਿਲੇ ਕਰਕੇ ਆਰਾਮ ਦੇ ਨਾਲ ਨਜਿੱਠੋਗੇ ਜਿਵੇਂ ਕੁਝ ਹੋਇਆ ਹੀ ਨਹੀਂ ਆ। ਇਸ ਮਾਮਲੇ ਵਿੱਚ ਹਾਲਾਂਕਿ ਹੁਣ ਇਹ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰੈਜ਼ੀਡੈਂਟ ਆ ਬ੍ਰਿਜ ਭੂਸ਼ਣ ਸ਼ਰਨ ਸਿੰਘ, ਇਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਉਹਨੇ ਸਮੇਂ ਲਈ ਪਾਸੇ ਹਟ ਜਾਓ। ਜਿਹੜੇ ਕਹਿੰਦੇ ਸੀ ਕਿ ਮੈਂ ਰੈਜ਼ਿਗਨੇਸ਼ਨ ਨਹੀਂ ਦੇਣਾ, ਉਹਨਾਂ ਨੂੰ ਕਹਿ ਦਿੱਤਾ ਕਿ ਜਿੰਨੀ ਦੇਰ ਤੱਕ ਇਹ ਜਾਂਚ ਹੁੰਦੀ ਹੈ ਤੁਸੀਂ ਪਾਸੇ ਹਟ ਜਾਓ ਤਾਂ ਕਿ ਜਾਂਚ ਠੀਕ ਢੰਗ ਨਾਲ ਹੋ ਸਕੇ। ਪਰ ਰੰਧਾਵਾ ਜੀ ਇਹਦੇ ਵਿੱਚ ਵੀ ਜਿਸ ਮੈਨੂੰ ਇਹ ਲੱਗਦਾ ਕਿ ਕਾਨੂੰਨ ਦੀ ਜਿਹੜੀ ਸਹੀ ਪ੍ਰਕਿਰਿਆ ਉਹਦਾ ਜੇ ਪਾਲਣ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਇਸ ਐਮਪੀ ਤੇ FIR ਰਜਿਸਟਰ ਹੋਣੀ ਚਾਹੀਦੀ ਸੀ, ਜੋ ਕਾਨੂੰਨ ਕਹਿੰਦਾ, ਜੋ ਸੁਪਰੀਮ ਕੋਰਟ ਕਹਿੰਦਾ। ਪਰ ਉਸ ਚੀਜ਼ ਨੂੰ ਇਹਨਾਂ ਨੇ ਨਜ਼ਰਅੰਦਾਜ਼ ਕੀਤਾ। ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਇਹਨਾਂ ਨੂੰ ਇਨਸਾਫ ਦਿਵਾਵਾਂਗੇ। ਕੀ ਇਨਸਾਫ ਮਿਲੇਗਾ, ਕੀ ਮਹੀਨੇ ਤੱਕ ਉਹ ਰਿਪੋਰਟ ਆਏਗੀ, ਇਹ ਦੇਖਣਾ ਪਊਗਾ। ਲੇਕਿਨ ਹਾਂ, ਜਿਸ ਤਰ੍ਹਾਂ ਦੀ ਉਮੀਦ ਰੈਸਲਰਸ ਕਰਦੇ ਸੀ, ਜਿਸ ਕਰਕੇ ਉਹ ਜੰਤਰ ਮੰਤਰ ਤੇ ਬੈਠੇ ਸੀ, ਉਸ ਤਰ੍ਹਾਂ ਦਾ ਤਾਂ ਖੈਰ ਉਹਨਾਂ ਨੂੰ ਜਿਹੜਾ ਇਨਸਾਫ ਕਹਿ ਲਓ ਜਾਂ ਜਿਸ ਤਰ੍ਹਾਂ ਦਾ ਵਤੀਰਾ ਸੀ ਸਰਕਾਰ ਦਾ, ਉਹ ਨਹੀਂ ਮਿਲਿਆ। ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜੋੜਦਾ, ਸੁਪ੍ਰਿਆ ਸ਼੍ਰੀਨੇਤ ਜਿਹੜੇ ਕਾਂਗਰਸ ਦੇ ਚੀਫ ਸਪੋਕਸਪਰਸਨ ਨੇ ਰੰਧਾਵਾ ਜੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ 1.25 ਸਾਲ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਇਨਸੀਡੈਂਟ ਬਾਰੇ ਪਤਾ ਸੀ, ਤੇ ਫਿਰ ਇਹਦੀ ਇਨਕੁਆਇਰੀ ਕਿਉਂ ਨਹੀਂ ਹੋਈ? ਇਹ ਤਾਂ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਰੰਧਾਵਾ ਜੀ। ਜੀ ਰੰਧਾਵਾ ਜੀ, ਤੁਸੀਂ ਠੀਕ ਕਹਿ ਰਹੇ ਹੋ। ਔਰ ਜੇਕਰ ਇਸ ਗੱਲ ਬਾਰੇ ਕਾਂਗਰਸ ਦੀ ਸਪੋਕਸਪਰਸਨ ਨੂੰ ਪਹਿਲਾਂ ਪਤਾ ਸੀ ਤੇ ਉਹਨਾਂ ਨੂੰ ਵੀ ਆਪਣਾ ਮੂੰਹ ਜ਼ਰੂਰ ਖੋਲਣਾ ਚਾਹੀਦਾ ਸੀ ਕਿ ਜਾਂ ਉਹਨਾਂ ਨੂੰ ਹੁਣੇ ਹੀ ਪਤਾ ਲੱਗਿਆ। ਇਹ ਵੀ ਸਵਾਲ ਉੱਠਦੇ ਆ, ਪ੍ਰਧਾਨ ਮੰਤਰੀ ਦੀ ਚੁੱਪ ਇੰਨੀ ਦੇਰ ਤੱਕ ਉਹ ਤਾਂ ਖਟਕੂਗੀ, ਲੇਕਿਨ ਇਹਦੀ ਇੱਕ ਜਾਂਚ ਇਸ ਤਰ੍ਹਾਂ ਦੀ ਵੀ ਹੋਣੀ ਚਾਹੀਦੀ ਸੀ, ਇਨਵੈਸਟੀਗੇਸ਼ਨ। ਜਿਹੜੇ ਇਹ ਲੋਕ ਪਾਏ ਗਏ ਨੇ, ਇਹ ਕੋਈ ਜਾਂਚ ਕਰਨ ਲਈ ਥੋੜੀ ਜਾਣੇ ਜਾਂਦੇ ਆ। ਜਾਂਚ ਤਾਂ ਉਹ ਲੋਕ ਜਿਹੜੇ ਟ੍ਰੇਨਡ ਕੀਤੇ ਜਾਂਦੇ ਆ, ਪੁਲਿਸ ਹੋਵੇ ਜਾਂ ਕੋਈ ਏਜੰਸੀ ਹੋਵੇ, ਜਾਂਚ ਤਾਂ ਉਹੀ ਕਰ ਸਕਦੇ। ਇਹ ਤਾਂ ਐਵੇਂ ਤੋੜਾ ਝਾੜਨ ਵਾਲੀ ਗੱਲ ਆ ਨਾ ਕਿ ਸਭ ਨੂੰ ਸੁਣ ਲਓ ਤੇ ਫਿਰ ਮੁੜ ਕੇ ਫਿਰ ਉਹਨਾਂ ਜਾਂਚ ਏਜੰਸੀਆਂ ਕੋਲ ਜਾਣਾ, ਭਾਵੇਂ ਪੁਲਿਸ ਹੋਵੇ ਜਾਂ ਕੋਈ ਹੋਰ ਹੋਵੇ, ਜਾਣਾ ਤਾਂ ਅਖੀਰ ਦੇ ਵਿੱਚ ਉੱਥੇ ਹੀ ਪੈਣਾ। FIR ਤਾਂ ਉੱਥੇ ਹੋਣੀ ਆ। ਤੈਅ ਪ੍ਰਕਿਰਿਆ ਕਾਨੂੰਨ ਦੀ ਸਾਡੇ ਸੰਵਿਧਾਨ ਅਨੁਸਾਰ ਜਿਹੜੀ ਆ, ਇਹਦਾ ਮਤਲਬ 1 ਮਹੀਨੇ ਦੀ ਟਾਲਤੀ ਗਈ ਹੈ। ਇਹਨੂੰ ਇਨਸਾਫ ਕਵਾਂਗੇ ਜਾਂ ਕੁਝ ਹੋਰ, ਇਹ ਵੱਖਰੀ ਗੱਲ ਹੈ। ਬਹੁਤ ਮਿਹਰਬਾਨੀ। ਧੰਨਵਾਦ ਰੰਧਾਵਾ ਜੀ।